नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम ओपन हाउस विद टीम अरोड़ा दे नाल। मैं हां तरनजीत कौर घुम्मण हाज़र हां जी लैके तुहाडा अपना प्रोग्राम जिहदे विच असीं गलबात करांगे कैनेडियन रीयल एस्टेट के बारे विच। सो रीयल एस्टेट अजिहा टॉपिक है कि इस वक्त इन्फ्लेशन घटाउण दे लई रेट ऑफ इंटरस्ट विच लगातार वाधा किया गया, जिस दे करके सब तो ज़्यादा जे कुछ हिट होया तो वह है रीयल एस्टेट मार्केट। अजिहे विच यूएस ते नज़रां टिकियां होईयां सी। कल यूएस दे वल्लों जिहड़ा एक डिसीजन लिया गया, इसका कैनेडा दे उत्ते की असर पेगा इहदे बारे गलबात करांगे। कैनेडा नूं नवें हाउसिंग मिनिस्टर मिल चुके ने जी। हुण की ओह सानूं जिहड़े इस वक्त घरां दी किल्लत दे नाल जूझ रहे ने उहदे विच छुटकारा दिवाउण लई कोई नवीं पॉलिसीज़ बना सकदे आ, कोई किसी प्रकार दी नवीं अमेंडमेंट्स कर सकदे आ, या किसी प्रकार दा कुछ रिलीफ दे सकदे आ। इहदे बारे भी असीं गलबात करांगे। कैनेडा दी ते नाल दी नाल जीटीए दी रीयल एस्टेट मार्केट इस वेले कित्थे खड़ी है उहदे बारे भी असीं गलबात करांगे। साडे नाल जुड़ चुके ने जी टीम अरोड़ा तो परवीन अरोड़ा जी ते नाल शमशेर ढिल्लों जी। दोवां दा बहुत बहुत स्वागत है। तरन जी, मेरे वल्लों हमदर्द दे सारे दर्शकों को प्यार भरी सत श्री अकाल जी। मेरे वालों भी हमदर्द दे सारे दर्शकों को प्यार भरी सत श्री अकाल जी। की हाल चाल सर? बहुत वधिया जी। ਰੀਅਲ ਸਟੇਟ ਮਾਰਕੀਟ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਕੱਲ ਕੈਨੇਡਾ ਨੂੰ ਨਵੇਂ ਜਿਹੜੇ ਆ ਕੈਬਨਿਟ 'ਚ ਫੇਰ ਬਦਲ ਹੋਈ ਆ ਤੇ ਨਵੇਂ ਰੀਅਲ ਸਟੇਟ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਹਾਊਸਿੰਗ ਮਿਨਿਸਟਰ ਮਿਲ ਚੁੱਕੇ ਨੇ। ਸੋ ਮਿਸਟਰ ਸ਼ੌਨ ਫਰੇਜ਼ਰ ਦੀ ਗੱਲ ਕੀਤੀ ਜਾਵੇ, ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਸੀਗੇ ਤੇ ਹੁਣ ਹਾਊਸਿੰਗ ਮਿਨਿਸਟਰ ਬਣ ਚੁੱਕੇ ਨੇ। ਆਉਂਦੇ ਹੀ ਉਹਨਾਂ ਨੇ ਸਟੇਟਮੈਂਟ ਇੱਕ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਜਿਹੜੇ ਨਵੇਂ ਇਮੀਗ੍ਰੈਂਟਸ ਆ ਰਹੇ ਨੇ ਉਹਨਾਂ ਨੂੰ ਰੋਕਣ ਦੇ ਨਾਲ ਜਾਂ ਉਹਨਾਂ ਨੂੰ ਨਾ ਆਉਣ ਦੇਣ ਦੇ ਨਾਲ ਕੋਈ ਘਰਾਂ ਦੀ ਕਿੱਲਤ ਤੋਂ ਜਿਹੜੀ ਆ ਉਹ ਛੁਟਕਾਰਾ ਨਹੀਂ ਮਿਲ ਸਕਦਾ ਹੈਗਾ। ਸੋ ਪਹਿਲਾਂ ਹੀ ਆਉਣ ਸਾਰ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਤੇ ਇਹ ਘਰਾਂ ਦੇ ਫੇਵਰ 'ਚ ਦਿੱਤੀ ਹੈ ਜਾਂ ਇਮੀਗ੍ਰੇਸ਼ਨ ਦੇ ਫੇਵਰ 'ਚ ਦਿੱਤੀ ਹੈ? देखो तरन जी, ये गल है कि जिहड़ी उन्होंने गल की है कि जिहड़े लोकी नवे आ रहे ने, राइट, नवे लोकी आ रहे ने कि उन्हां दे नाल मतलब घरां दी जिहड़ी किल्लत है, प्रॉब्लम सॉल्व नहीं हो सकदी गी। ਉਹ ਦੇਖੋ ਜਿਹੜੀ ਉਹ ਸਟੇਟਮੈਂਟ ਆ ਥੋੜੀ ਜੀ ਜੋ ਮੈਨੂੰ ਲੱਗਦਾ ਉਹ ਇਮੀਗ੍ਰੇਸ਼ਨ ਦੀ ਫੇਵਰ ਚ ਆ ਉਹ ਸਟੇਟਮੈਂਟ ਆ ਜਿਹੜੀ। ਓਬਵੀਅਸਲੀ ਜਦੋਂ ਇੱਥੇ ਲੋਕਾਂ ਨੇ ਆਣਾ ਤਾਂ ਰਹਿਣ ਵਾਸਤੇ ਉਹਨਾਂ ਨੂੰ ਜਗ੍ਹਾ ਚਾਹੀਦੀ ਆ ਔਰ ਇਮੀਗ੍ਰੇਸ਼ਨ ਵੀ ਇੱਕ ਇਸ ਕੰਟਰੀ ਦਾ ਇੰਪੋਰਟੈਂਟ ਪਾਰਟ ਆ। ਇਮੀਗ੍ਰੇਸ਼ਨ ਹੋਣੀ ਵੀ ਚਾਹੀਦੀ ਹੈ ਕਿਉਂਕਿ ਉਹੀ ਇੱਕ ਇਕਨੋਮੀ ਨੂੰ ਇੱਥੇ ਬੂਸਟ ਕਰਦੀ ਹੈ, ਇਕਨੋਮੀ ਨੂੰ ਮਤਲਬ ਮੂਵ ਕਰਦੀ ਆ। बट ਉਹਦੇ ਚ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਜੇ ਲੋਕੀ ਆ ਰਹੇ ਨੇ ਤਾਂ ਗਵਰਨਮੈਂਟ ਨੂੰ ਕੋਈ ਨਾ ਕੋਈ ਇਦਾਂ ਦੀ ਥੋੜੀ ਬਹੁਤ ਪਾਲਿਸੀ ਵੀ ਬਣਾਉਣੀ ਚਾਹੀਦੀ ਹੈ ਕਿ ਉਹਨਾਂ ਦੇ ਰਹਿਣ ਵਾਸਤੇ ਕਿੱਥੇ ਜਗ੍ਹਾ ਦਾ ਇੰਤਜ਼ਾਮ ਹੋਊਗਾ। ਅੱਛਾ, ਹੁਣ ਉਹਦੇ ਚ ਇਹ ਆ ਕਿ ਆਪਾਂ ਜਿਵੇਂ ਕਹਿ ਲਈਏ ਕਿ ਯੂਰਪ ਦੇ ਵਿੱਚ ਜਾਂ ਕਈ ਥਾਵਾਂ ਤੇ ਮੈਂ ਦੇਖਿਆ ਕਿ ਉਹਨਾਂ ਨੇ ਸਰਟਨ ਏਰੀਆ ਡੈਜੀਨੇਟ ਕੀਤੇ ਹੋਏ ਆ ਕਿ ਜੇ ਕਿਸੇ ਨਵੇਂ ਇਮੀਗ੍ਰੈਂਟ ਨੇ ਆਉਣਾ ਤਾਂ ਉਹਨਾਂ ਨੇ ਉਸ ਏਰੀਆ ਦੇ ਵਿੱਚ ਜਾਣਾ। ਇੱਥੇ ਵੀ ਗਵਰਨਮੈਂਟ ਦੇ ਪੀਐਨਪੀ ਪ੍ਰੋਗਰਾਮ ਹੈਗੇ ਨੇ, ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਹੈਗੇ ਨੇ ਕਈ ਪ੍ਰੋਵਿੰਸਿਸ ਦੇ ਵਿੱਚ। ਉਹਨਾਂ ਨੂੰ ਮਤਲਬ ਪ੍ਰਮੋਟ ਕੀਤਾ ਜਾਂਦਾ ਕਿ ਜੇ ਉੱਥੇ ਲੋਕ ਜਾਂਦੇ ਆ ਤਾਂ ਉਹਨਾਂ ਨੂੰ ਉੱਥੇ ਇਮੀਗ੍ਰੇਸ਼ਨ ਜਲਦੀ ਹੋ ਜਾਂਦੀ ਆ। ਪਰ ਕੋਈ ਨਾ ਕੋਈ ਇਦਾਂ ਦਾ ਹੋਣਾ ਚਾਹੀਦਾ ਸਿਸਟਮ ਤਾਂ ਕਿ ਜਿਹੜੇ ਵੀ ਏਰੀਆ ਦੇ ਵਿੱਚ ਉਹ ਆ ਰਹੇ ਨੇ ਉੱਥੇ ਸਫੀਸ਼ੀਐਂਟ ਜਗ੍ਹਾ ਹੋਵੇ ਲੋਕਾਂ ਦੇ ਰਹਿਣ ਵਾਸਤੇ। ਬਟ ਜਿਹੜਾ ਸਭ ਤੋਂ ਵੱਡਾ ਇਸ ਟਾਈਮ ਮਾਰਕੀਟ ਦੇ ਵਿੱਚ ਚੈਲੰਜ ਆ ਘਰਾਂ ਦੀ ਕਿੱਲਤ ਦੇ ਨਾਲ ਨਾਲ, ਉਹ ਸਭ ਤੋਂ ਵੱਡਾ ਜਿਹੜਾ ਚੈਲੰਜ ਆ ਉਹ ਤਰਨ ਜੀ ਇਹ ਹੈ ਕਿ ਜੋ ਲੋਕਾਂ ਦੀ ਅਫੋਰਡੇਬਿਲਟੀ ਦਾ ਇਸ਼ੂ ਬਣਿਆ ਹੋਇਆ ਵਾ। ਅਫੋਰਡੇਬਿਲਟੀ ਦੇ ਇਸ਼ੂ ਦੇ ਵਿੱਚ ਜਿਵੇਂ ਖਾਸ ਕਰਕੇ ਜਿਹੜਾ ਇੰਟਰਸਟ ਰੇਟ ਆ ਉਹ ਬਹੁਤ ਵੱਡਾ ਪਾਰਟ ਇਸ ਟਾਈਮ ਪਲੇ ਕਰ ਰਹੇ ਨੇ ਕਿਉਂਕਿ ਮੌਰਗੇਜ ਦੀਆਂ ਜਿਹੜੀਆਂ ਪੇਮੈਂਟਸ ਨੇ ਉਹ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ। ਜੇ ਹੁਣ ਆਪਾਂ ਗੱਲ ਕਰੀਏ, ਹੁਣੇ ਆਪਾਂ ਜਿਸ ਤਰ੍ਹਾਂ ਗੱਲ ਕਰ ਰਹੇ ਸੀ, ਸ਼ਾਇਦ ਢਿੱਲੋਂ ਸਾਹਿਬ ਨੇ ਲਾਸਟ ਵੀਕ, ਮੈਂ ਹੈ ਨਹੀਂ ਸੀ, ਇਨਫਲੇਸ਼ਨ ਬਾਰੇ ਗੱਲ ਕੀਤੀ ਸੀ। ਇਨਫਲੇਸ਼ਨ ਦਾ ਜੇ ਆਪਾਂ ਇੱਕ ਥੋੜੀ ਜੀ ਗੱਲ ਕਰੀਏ ਇੱਥੇ ਤਾਂ ਇੱਕ ਸਿੰਪਲ ਜਿਹਾ ਫਾਰਮੂਲਾ ਕਿ ਜਦੋਂ ਵੀ ਇਨਫਲੇਸ਼ਨ ਵੱਧਦੀ ਆ ਤਾਂ ਉਦੋਂ ਇਹ ਹੁੰਦਾ ਕਿ ਸਪੈਂਡਿੰਗ ਨੂੰ ਘਟਾਇਆ ਜਾਵੇ, ਖਰਚਾ ਘਟਾਇਆ ਜਾਵੇ। ਔਰ ਉਹਦੇ ਚ ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਆਪ ਦਾ ਵੀ ਖਰਚਾ ਘਟਾਉਂਦੀਆਂ ਨੇ, ਕੱਲਾ ਲੋਕਾਂ ਦਾ ਨਹੀਂ ਹੈ ਕਿ ਲੋਕਾਂ ਨੇ ਖਰਚਾ ਘਟਾਉਣਾ, ਸਰਕਾਰਾਂ ਵੀ ਆਪ ਦਾ ਖਰਚਾ ਘਟਾਉਂਦੀਆਂ ਨੇ। ਪਰ ਆਪਣੀ ਸਰਕਾਰ ਚ ਕੀ ਹੋ ਰਿਹਾ ਕਿ ਆਪਣੀ ਸਰਕਾਰ ਚ ਲੋਕਾਂ ਤੇ ਜ਼ੋਰ ਪਾਇਆ ਜਾ ਰਿਹਾ ਕਿ ਖਰਚਾ ਘਟਾਇਆ ਜਾਵੇ, ਪਰ ਸਰਕਾਰ ਆਪ ਖਰਚਾ ਵਧਾ ਰਹੀ ਆ। ਉਹ ਇੱਕ ਪਾਸੇ ਆਪਾਂ ਖਰਚਾ ਘਟਾਉਣ ਦੀ ਗੱਲ ਕਰ ਰਹੇ ਹਾਂ, ਦੂਜੇ ਪਾਸੇ ਆਪਾਂ ਮਨੀ ਮਾਰਕੀਟ ਦੇ ਵਿੱਚ ਪੰਪ ਕਰੀ ਜਾਂਦੇ ਆ। ਉਹ ਜਦੋਂ ਦੋਨੋਂ ਚੀਜ਼ਾਂ ਇੱਕ ਦੂਜੇ ਦੇ ਆਪੋਜ਼ਿਟ ਚੱਲ ਰਹੀਆਂ ਨੇ ਤਾਂ ਇੰਟਰਸਟ ਇਨਫਲੇਸ਼ਨ ਨੇ ਕਿੱਥੇ ਕੰਟਰੋਲ ਹੋਣਾ? ਜਦੋਂ ਇਨਫਲੇਸ਼ਨ ਨੇ ਕੰਟਰੋਲ ਨਹੀਂ ਹੋਣਾ, ਉਹ ਮਤਲਬ ਇੰਟਰਸਟ ਰੇਟ ਵਧਾਈ ਜਾਂਦੇ ਨੇ। ਹੁਣ ਪ੍ਰੋਬਲਮਾਂ ਮਾਰਕੀਟ ਦੇ ਵਿੱਚ ਦੋ ਨੇ, ਜਿਹੜੇ ਲੋਕ ਇੱਥੇ ਆਲਰੇਡੀ ਰਹਿ ਰਹੇ ਨੇ ਉਹਨਾਂ ਦੀ ਘਰ ਅਫੋਰਡੇਬਿਲਟੀ ਤੋਂ ਬਾਹਰ ਹੋ ਰਹੇ ਆ, ਠੀਕ ਹੈ ਜੀ, ਉਹਨਾਂ ਲਈ ਇਹ ਪ੍ਰੋਬਲਮ ਬਣ ਗਈ। ਜਿਹੜਾ ਇਨਵੈਸਟਰ ਅੱਜ ਇਨਵੈਸਟਰ ਘਰ ਵੇਚਣ ਲਈ ਮਜਬੂਰ ਆ ਕਿਉਂਕਿ ਉਹ ਘਰ ਅਫੋਰਡ ਨਹੀਂ ਕਰ ਪਾ ਰਿਹਾ ਹੈਗਾ, ਜਿੰਨਾ ਉਹਨੂੰ ਰੈਂਟ ਆਉਂਦਾ ਵਾ ਉਸ ਰੈਂਟ ਦੇ ਉੱਤੇ ਉਹ ਪ੍ਰਾਪਰਟੀ ਨੂੰ ਮੈਨੇਜ ਨਹੀਂ ਕਰ ਰਿਹਾ। ਜਿਹੜਾ ਹੁਣ ਨਵਾਂ ਇਮੀਗ੍ਰੈਂਟ ਬਾਹਰੋਂ ਆ ਰਿਹਾ ਉਹਨੂੰ ਆਉਂਦੇ ਨੂੰ ਰੈਂਟ ਇੰਨਾ ਜ਼ਿਆਦਾ ਤੇ ਜਗ੍ਹਾ ਦੀ ਅਵੇਲੇਬਿਲਿਟੀ ਨਹੀਂ ਹੈ। ਅੱਜ ਤੁਸੀਂ ਦੇਖੋ ਕਿ ਅਸੀਂ ਰੋਜ਼ ਮਾਰਕੀਟ ਦੇ ਵਿੱਚ ਦੇਖਦੇ ਹਾਂ, ਅੱਜ ਤੁਸੀਂ ਲੀਜ਼ ਦੇ ਉੱਤੇ ਇੱਕ ਪ੍ਰਾਪਰਟੀ ਲਾਓ, ਤੁਹਾਨੂੰ ਇੱਕ ਦਿਨ ਦੇ ਵਿੱਚ 5-5 6-6 ਐਪਲੀਕੇਸ਼ਨਾਂ ਆਉਂਦੀਆਂ ਨੇ। ਉਹ ਕੀ ਚੀਜ਼ ਇੰਡੀਕੇਟ ਕਰਦੀ ਆ? ਉਹ ਇੱਕ ਸਿੰਪਲ ਤੇ ਸਿੰਪਲ ਸਿੱਧੀ ਚੀਜ਼ ਇੰਡੀਕੇਟ ਕਰਦੀ ਆ ਕਿ ਮਾਰਕੀਟ ਦੇ ਵਿੱਚ ਜਿੰਨੇ ਲੋਕ ਰੈਂਟ ਲਈ ਘਰ ਦੇਖ ਰਹੇ ਨੇ, ਘਰਾਂ ਦੀ ਅਵੇਲੇਬਿਲਿਟੀ ਉਸ ਤੋਂ ਘੱਟ ਆ।
ਠੀਕ ਹੈ ਜੀ। ਮਤਲਬ ਇਹ ਜਿਹੜੀਆਂ ਦੋਨੋਂ ਚੀਜ਼ਾਂ ਨੇ ਉਹ ਦੋਨੋਂ ਹੀ ਚੀਜ਼ਾਂ ਠੀਕ ਨਹੀਂ ਹੋ ਰਹੀਆਂ। ਜਿਨ੍ਹਾਂ ਦੇ ਕੋਲ ਘਰ ਨੇ ਉਹਨਾਂ ਦੇ ਲਈ ਵੀ ਚੀਜ਼ ਠੀਕ ਨਹੀਂ ਹੋ ਰਹੀ, ਜਿਨ੍ਹਾਂ ਦੇ ਕੋਲ ਘਰ ਨਹੀਂ ਹੈਗਾ ਉਹਨਾਂ ਦੇ ਲਈ ਵੀ ਚੀਜ਼ ਠੀਕ ਨਹੀਂ ਹੋ ਰਹੀ। ਉਹ ਇਹਦੇ ਚ ਮੈਨੂੰ ਇਹ ਲੱਗ ਰਿਹਾ ਕਿ ਸਰਕਾਰ ਦੀ ਜਿਹੜੀ ਪਾਲਿਸੀ ਹੈ ਦੋਨਾਂ ਸਾਈਡਾਂ ਦੇ ਉੱਤੇ ਮਤਲਬ ਫੇਲ ਆ ਇਹ ਪਾਲਿਸੀ, ਮਤਲਬ ਕੋਈ ਵਧੀਆ ਚੀਜ਼ ਆ ਜਿਹੜੀ ਨਹੀਂ ਕਰ ਰਹੇ ਇਸ ਚੀਜ਼ ਬਾਰੇ। ਸਰ ਜਿਵੇਂ ਸਰ ਨੇ ਗੱਲ ਕੀਤੀ ਅਫੋਰਡੇਬਿਲਿਟੀ ਦੇ ਬਾਰੇ ਵਿੱਚ ਗੱਲਬਾਤ ਕੀਤੀ ਆ, ਸਾਡੀ ਬ੍ਰੈਂਪਟਨ ਦੇ ਡਿਪਟੀ ਮੇਅਰ ਨਾਲ ਗੱਲਬਾਤ ਹੋ ਰਹੀ ਸੀ ਰੈਡ ਟੇਪ ਨੂੰ ਲੈ ਕੇ। ਸੋ ਜਿਵੇਂ ਹੁਣ ਅਸੀਂ ਗੱਲ ਕਰ ਰਹੇ ਹਾਂ, ਜਦੋਂ ਅਸੀਂ ਫੈਡਰਲ ਲੈਵਲ ਦੇ ਮਿਨਿਸਟਰਸ ਦੀਆਂ ਵੀ ਅਸੀਂ ਸੁਣਦੇ ਹਾਂ, ਉਹਨਾਂ ਦੀਆਂ ਸਟੇਟਮੈਂਟਸ ਸੁਣਦੇ ਹਾਂ, ਜੇ ਉੱਥੇ ਪਾਰਲੀਮੈਂਟ ਵਿੱਚ ਖੜ ਕੇ ਮਿਸਟਰ ਪੀਅਰ ਪੋਲੀਵੇ ਇਹ ਗੱਲ ਆਖ ਸਕਦੇ ਆ ਕਿ ਅਸੀਂ ਰੈਡ ਟੇਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ, ਕਿ ਮੌਜੂਦਾ ਸਰਕਾਰ ਨੂੰ ਇਹ ਸਭ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਕਿ ਸਾਡੇ ਜਿਹੜੇ ਇਸ ਵਕਤ ਬਿਲਡਰਸ ਘਰ ਬਣਾਉਣ ਲਈ ਜਾਂ ਕੋਈ ਪ੍ਰੋਜੈਕਟ ਲਗਾਉਣ ਲਈ ਕਿੰਨਾ ਸਮਾਂ ਉਹਨਾਂ ਨੂੰ ਵੇਟ ਕਰਨੀ ਪੈਂਦੀ ਹੈ, ਜੋ ਵੇਟਿੰਗ ਪੀਰੀਅਡ ਨੂੰ ਹੀ ਰਿਡਿਊਸ ਕਰ ਦਿੱਤਾ ਜਾਵੇ ਤਾਂ ਐਟਲੀਸਟ ਪ੍ਰੋਜੈਕਟਸ ਜਿਹੜੇ ਛੇਤੀ ਮਾਰਕੀਟ 'ਚ ਆ ਸਕਦੇ ਆ। ਡੈਫੀਨਿਟਲੀ ਜੀ, ਗੱਲ ਉੱਥੇ ਹੀ ਆ ਜਾਂਦੀ ਹੈ ਜੀ ਨੀਅਤ ਦੀ। ਹੁਣ ਨੂੰ ਕੀ ਨਹੀਂ ਗਵਰਨਮੈਂਟ ਕਰ ਸਕਦੀ, ਗਵਰਨਮੈਂਟ ਕੋਲ ਪਾਵਰਸ ਹੈਗੀਆਂ ਨੇ, ਉਹਨਾਂ ਨੂੰ ਆਪੋਜੀਸ਼ਨ ਦੀ ਵੀ ਸਪੋਰਟ ਹੈ। ਖਾਸ ਕਰਕੇ ਦੇਖੋ ਜਿਹੜੀ ਪਾਲਿਸੀ ਪਬਲਿਕ ਦੇ ਹੱਕ ਵਿੱਚ ਹੋਏਗੀ ਆਪੋਜੀਸ਼ਨ ਵੀ ਉਸ ਨੂੰ ਸਪੋਰਟ ਕਰੇਗੀ। ਜੇ ਗਵਰਨਮੈਂਟ ਕੋਲ ਆਪਣੀ ਇਨਫ ਸਪੋਰਟ ਨਹੀਂ ਹੈਗੀ, ਆਪੋਜੀਸ਼ਨ ਡੈਫੀਨਿਟਲੀ ਜਿਹੜੀ ਵੀ ਪਾਲਿਸੀ ਕੋਈ ਪਬਲਿਕ ਦੇ ਹੱਕ ਵਿੱਚ ਹੋਵੇਗੀ, ਕਿਉਂਕਿ ਲੋਕਾਂ ਦੀ ਨਬਜ਼ ਨੂੰ ਉਹ ਚੰਗੀ ਤਰ੍ਹਾਂ ਪਛਾਣਦੇ ਨੇ ਕਿ ਲੋਕਾਂ ਦੀ ਪ੍ਰੋਬਲਮ ਕਿੱਥੇ ਹੈ। ਕਰੰਚ ਹੁਣ ਜਿਹੜਾ ਆ ਇੱਥੇ ਆ ਕੇ ਖੜਿਆ ਆ ਕਿ ਉਨੀ ਤੇਜ਼ੀ ਨਾਲ ਨਵੇਂ ਘਰ ਨਹੀਂ ਬਣ ਰਹੇ ਜਿੰਨੀ ਤੇਜ਼ੀ ਨਾਲ ਚਾਹੀਦੇ ਸੀਗੇ, ਜਿੰਨੀ ਅਸੀਂ ਆਪਣੀ ਜ਼ਰੂਰਤ ਇਮੀਗ੍ਰੇਸ਼ਨ ਪਰਪਸ ਕਰਕੇ ਕਹਿ ਲਓ, ਕਿਉਂਕਿ ਉਹ ਵੀ ਇੱਕ ਜ਼ਰੂਰੀ ਪਾਰਟ ਹੈ। ਜਿਵੇਂ ਪ੍ਰਵੀਨ ਜੀ ਨੇ ਕਿਹਾ ਕਿ ਇਮੀਗ੍ਰੇਸ਼ਨ ਤੋਂ ਬਿਨਾ ਕੈਨੇਡਾ ਨੂੰ ਸਰਵਾਈਵ ਕਰਨਾ ਹੀ ਬਹੁਤ ਔਖਾ ਹੋਏਗਾ, ਕਿਉਂਕਿ ਜੇ ਇਮੀਗ੍ਰੈਂਟ ਇੱਥੇ ਨਹੀਂ ਆਉਂਦੇ ਤਾਂ ਸਾਡੀ ਜਿਹੜੀ ਪੋਪੂਲੇਸ਼ਨ ਹੈ ਐਕਚੁਅਲੀ ਉਹ ਨੈਗੇਟਿਵ 'ਚ ਜਾ ਰਹੀ ਹੈ। ਇਮੀਗ੍ਰੈਂਟਸ ਜਿਹੜੇ ਨੇ ਉਹੀ ਸਾਡੀ ਪੋਪੂਲੇਸ਼ਨ ਨੂੰ ਵਧਾ ਰਹੇ ਨੇ, ਉਹਦੇ ਕਰਕੇ ਹੀ ਅਸੀਂ ਸਰਵਾਈਵ ਕਰ ਰਹੇ ਹਾਂ। ਨਵਾਂ ਜਿਹੜੇ ਪੁਰਾਣੇ ਲੋਕ ਜਿਹੜੇ ਹੁਣ ਇੱਕ ਵੱਡੀ ਤਾਦਾਦ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਕੈਨੇਡੀਅਨ ਵਰਕਫੋਰਸ ਨੇ ਰਿਟਾਇਰ ਹੋ ਜਾਣਾ, ਉਹਨਾਂ ਨੂੰ ਰਿਪਲੇਸ ਕਰਨ ਵਾਸਤੇ ਸਾਡੇ ਕੋਲ ਇੰਨੀ ਮੈਨ ਪਾਵਰ ਨਹੀਂ ਹੈਗੀ ਕਿ ਕੈਨੇਡਾ ਦੇ ਵਿੱਚੋਂ ਹੀ ਅਸੀਂ ਉਹਨਾਂ ਨੂੰ ਰਿਪਲੇਸ ਕਰ ਸਕੀਏ। ਸੋ ਇਸ ਲਈ ਸਾਨੂੰ ਇਮੀਗ੍ਰੈਂਟਸ ਦੇ ਉੱਤੇ ਤਾਂ ਡਿਪੈਂਡ ਕਰਨਾ ਹੀ ਪੈਣਾ ਹੈ। ਲੇਕਿਨ ਗੱਲ ਉਹੀ ਹੈ ਕਿ ਜਿਵੇਂ ਪ੍ਰਵੀਨ ਜੀ ਨੇ ਵੀ ਅੱਗੇ ਇਸ ਗੱਲ ਤੇ ਟੱਚ ਕੀਤਾ ਕਿ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ ਹੈਗੇ ਆ, ਪਰ ਉਹ ਮੈਂਡੇਟਰੀ ਨਹੀਂ ਹੈਗੇ। ਜਿਵੇਂ ਯੂਰਪ ਦੇ ਵਿੱਚ ਮੈਂਡੇਟਰੀ ਹੈ ਕਿ ਜੇ ਤੁਸੀਂ ਇਸ ਕੰਟਰੀ ਦੇ ਵਿੱਚ ਆਉਣਾ ਤੇ ਤੁਹਾਨੂੰ ਉਸ ਫਲਾਣੇ ਇਲਾਕੇ ਦੇ ਵਿੱਚ ਜਾ ਕੇ ਰਹਿਣਾ ਪਏਗਾ ਕੁਝ ਸਮੇਂ ਦੇ ਵਾਸਤੇ। ਸਾਡੇ ਇੱਥੇ ਉਹ ਕੰਪਲਸਰੀ ਨਹੀਂ ਹੈਗਾ, ਉਹ ਇੱਕ ਆਪਸ਼ਨ ਹੈ। ਜੇ ਉਹਨੂੰ ਕੰਪਲਸਰੀ ਬਣਾ ਦਿੱਤਾ ਜਾਵੇ ਡੈਫੀਨਿਟਲੀ ਇਸ ਪ੍ਰੋਬਲਮ ਦਾ ਕਿਤੇ ਨਾ ਕਿਤੇ ਥੋੜਾ ਬਹੁਤ ਹੱਲ ਉਧਰੋਂ ਨਿਕਲ ਸਕਦਾ ਆ। ਪਾਲਿਸੀਜ਼ ਜਿਹੜੀਆਂ ਨੇ ਉਹ ਲੌਂਗ ਟਰਮ ਪਾਲਿਸੀਜ਼ ਨੇ, ਸਾਨੂੰ ਲੋੜ ਹੈਗੀ ਹੈ ਇੱਕ ਤਰ੍ਹਾਂ ਦੇ ਨਾਲ ਜੇ ਦੇਖਿਆ ਜਾਵੇ ਤਾਂ ਹਾਊਸਿੰਗ ਐਮਰਜੈਂਸੀ ਹੈ ਸਾਨੂੰ। ਗਵਰਨਮੈਂਟ ਬਿਲਕੁਲ ਇਹੋ ਜਿਹਾ ਕਾਨੂੰਨ ਲਿਆ ਸਕਦੀ ਹੈ, ਇਹੋ ਜਿਹੀ ਪਾਲਿਸੀ ਲਿਆ ਸਕਦੀ ਹੈ ਅੰਡਰ ਐਮਰਜੈਂਸੀਜ਼ ਐਕਟ ਕਿ ਉਹਨੂੰ ਲਾਗੂ ਤੁਰੰਤ ਕੀਤਾ ਜਾ ਸਕਦਾ ਹੋਵੇ। ਲੇਕਿਨ ਫਿਰ ਗੱਲ ਉਹੀ ਨੀਅਤ ਦੀ ਆ ਜਾਂਦੀ ਹੈ। ਸਾਡੇ ਨਵੇਂ ਹਾਊਸਿੰਗ ਮਿਨਿਸਟਰ ਜਿਹੜੇ ਨੇ, ਕਿਉਂਕਿ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਸੀਗੇ, ਡੈਫੀਨਿਟਲੀ ਉਹਨਾਂ ਨੇ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਹੀ ਗੱਲ ਕਰਨੀ ਹੈ। ਸੋ ਜਿਵੇਂ ਤੁਸੀਂ ਪਹਿਲਾਂ ਪੁੱਛਿਆ ਕੁਐਸਚਨ ਤੁਹਾਡਾ ਇਹ ਸੀਗਾ ਕਿ ਉਹ ਇਮੀਗ੍ਰੇਸ਼ਨ ਦੇ ਪੱਖ 'ਚ ਬੋਲ ਰਹੇ ਨੇ ਕਿ ਹਾਊਸਿੰਗ ਦੇ ਪੱਖ 'ਚ। ਸੋ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਉਹ ਲੋਲੀਪੌਪ ਦੇਣ ਵਾਲੀ ਗੱਲ ਉਹਨਾਂ ਨੇ ਵੀ ਕੀਤੀ ਹੈ। ਕੋਈ ਠੋਸ ਕਦਮ ਜਿਹੜੇ ਲੱਗਦੇ ਨਹੀਂਗੇ ਕਿ ਇਹ ਵੀ ਚੱਕਣਗੇ ਇਸ ਪ੍ਰੋਬਲਮ ਨੂੰ ਇਮੀਡੀਏਟਲੀ ਹੱਲ ਕਰਨ ਵਾਸਤੇ। ਲੌਂਗ ਟਰਮ ਪਲਾਨਸ ਅਸੀਂ ਕਾਫੀ ਬਣਾ ਲਏ, ਲੇਕਿਨ ਲੌਂਗ ਟਰਮ ਦੀ ਬਜਾਏ ਸਾਨੂੰ ਸ਼ਾਰਟ ਟਰਮ ਇਮੀਡੀਏਟ ਇਫੈਕਟਿਵ ਜਿਹੜੀਆਂ ਪਾਲਿਸੀਜ਼ ਹੋਣ ਉਹ ਲੈ ਕੇ ਆਉਣ ਦੀ ਲੋੜ ਹੈ। ਕਿਸੇ ਟਾਈਮ ਵਰਲਡ ਇਕਨੋਮੀ ਦੇ ਵਿੱਚ ਕੈਨੇਡਾ ਤੀਜੇ ਸਥਾਨ ਤੇ ਸੀ ਤੇ ਇਸ ਵੇਲੇ 14ਵੇਂ ਸਥਾਨ ਤੇ ਖਿਸਕ ਚੁੱਕਿਆ। ਤੇ ਉੱਥੇ ਹੀ ਕਹਿੰਦੇ 2013 ਚ ਜਦੋਂ ਲੋਕਾਂ ਨਾਲ ਇੱਕ ਸਰਵੇ ਹੋਇਆ ਸੀ ਤਾਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਤੁਹਾਡੀ ਜਿਹੜੀ ਹੁਣ ਤੁਹਾਡੇ ਬੱਚੇ ਨੇ, ਤੁਹਾਨੂੰ ਕੀ ਲੱਗ ਰਿਹਾ ਤੁਹਾਡੇ ਨਾਲੋਂ ਜ਼ਿਆਦਾ ਬੈਟਰ ਲਿਵਿੰਗ ਸਟੈਂਡਰਡ ਹੋਏਗਾ? ਤਾਂ ਉਸ ਵਕਤ 23% ਲੋਕਾਂ ਨੇ ਕਿਹਾ ਸੀ ਕਿ ਨਹੀਂ, ਸਾਡੇ ਨਾਲੋਂ ਬੈਟਰ ਨਹੀਂ ਹੋ ਸਕਦੇ ਜਿਸ ਤਰੀਕੇ ਨਾਲ ਮਹਿੰਗਾਈ ਵੱਧ ਰਹੀ ਹੈ। 2023 ਚ ਹੁਣ ਸਰਵੇ ਹੋਇਆ ਤੇ ਇਹੀ ਸਵਾਲ ਫਿਰ ਪੁੱਛਿਆ ਗਿਆ ਤਾਂ 75% ਲੋਕਾਂ ਦਾ ਕਹਿਣਾ ਸੀ ਕਿ ਸਾਡੇ ਬੱਚਿਆਂ ਦੇ ਹਾਲਾਤ ਸਾਡੇ ਨਾਲੋਂ ਵੀ ਬੱਤਰ ਹੋਣੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਲਾਤਾਂ ਵਿੱਚ ਕਹਿੰਦੇ ਰੋਟੀ, ਕਪੜਾ ਤੇ ਮਕਾਨ ਮੇਨ ਤਿੰਨ ਜ਼ਰੂਰਤਾਂ ਨੇ। ਇਸ ਵਕਤ ਇਹ ਤਿੰਨਾਂ ਹੀ ਚੀਜ਼ਾਂ ਦੇ ਕੈਨੇਡਾ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਮਹਿੰਗਾਈ ਦੇ ਕਰਕੇ ਲੋਕਾਂ ਦੇ ਨੱਕ 'ਚ ਦਮ ਆਇਆ ਪਿਆ। ਉਹਦੇ 'ਚ ਦੇਖੋ ਤਰਨ ਜੀ, ਇਹ ਚੀਜ਼ ਹੈ ਜਿਹੜੀ ਦਿਨੋਂ ਦਿਨ ਵਸਟ ਹੋ ਰਹੀ ਆ। ਕੱਲ ਮਤਲਬ ਮੈਂ ਅੱਗੇ ਢਿੱਲੋਂ ਸਾਹਿਬ ਨਾਲ ਹੁਣੇ ਗੱਲ ਕਰ ਰਿਹਾ ਸੀਗਾ ਕਿ ਜਦੋਂ ਅਸੀਂ ਕੈਨੇਡਾ ਦੇ ਵਿੱਚ ਆਏ ਸੀ
ਅਸੀਂ ਸਾਰੇ ਜਾਣੇ ਇੱਕੋ ਹੀ ਗੱਲ ਕਰਦੇ ਸੀਗੇ ਕਿ ਯਾਰ ਇੱਥੇ ਬੈਟਰ ਫਿਊਚਰ ਆ। ਔਰ ਅੱਜ ਕੀ ਹੋ ਰਿਹਾ, ਕੱਲ ਮੈਂ ਗੱਲ ਕਰ ਰਿਹਾ ਸੀਗਾ ਤਾਂ ਮਤਲਬ ਆਪਣੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਯੰਗ ਮਤਲਬ ਬੱਚੇ ਨੇ ਇੱਥੇ, ਉਹਨਾਂ ਦੇ ਵਿੱਚੋਂ ਹਰ ਦੂਜਾ ਬੱਚਾ ਇਹ ਸੋਚ ਰਿਹਾ ਕਿ ਵੀ ਉਹ ਕੈਨੇਡਾ ਤੋਂ ਬਾਹਰ ਕਿਤੇ ਚਲਾ ਜਾਵੇ, ਕੈਨੇਡਾ ਤੋਂ ਬਾਹਰ ਕਿਤੇ ਚਲਾ ਜਾਵੇ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹੀ ਹੈ ਕਿ ਜੋ ਚੀਜ਼ਾਂ ਪਹਿਲੇ ਦੂਜੇ ਕੰਟਰੀਆਂ ਦੇ ਵਿੱਚ ਸੀ ਉਹ ਇੱਥੇ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ। ਇੱਥੇ ਜਦੋਂ ਆਪਾਂ ਆਉਂਦੇ ਸੀਗੇ, ਤੁਸੀਂ ਇੱਕ ਚੀਜ਼ ਦੇਖੋ, ਜਦੋਂ ਅਸੀਂ ਆਏ ਆ ਜਿਹੜੇ ਕੋਈ ਇੱਕ ਠੀਕ ਠਾਕ ਜੌਬ ਵੀ ਕਰਦੇ ਸੀਗੇ, ਉਹ ਵੀ ਇੱਕ ਡੀਸੈਂਟ ਲਿਵਿੰਗ ਸੀ, ਉਹਨਾਂ ਦੀ ਇੱਕ ਉਹ ਘਰ ਅਫੋਰਡ ਕਰ ਸਕਦੇ ਸੀ, ਇੱਕ ਠੀਕ ਗੱਡੀ ਅਫੋਰਡ ਕਰ ਸਕਦੇ ਸੀ, ਉਹ ਇੱਕ ਵਧੀਆ ਫੂਡ ਅਫੋਰਡ ਕਰ ਸਕਦੇ ਸੀਗੇ, ਉਹ ਇੱਕ ਵਧੀਆ ਮੈਡੀਕਲ ਸਿਸਟਮ ਦਾ ਮਤਲਬ ਬੈਨੀਫਿਟ ਲੈ ਸਕਦੇ ਸੀਗੇ। ਅੱਜ ਜਿਹੜਾ ਬੰਦਾ ਕੋਈ ਠੀਕ ਠਾਕ ਜੌਬ ਕਰ ਰਿਹਾ, ਘਰ ਤਾਂ ਭੁੱਲ ਹੀ ਜਾਵੇ ਜੀ, ਉਹ ਮਤਲਬ ਆਊਟ ਆਫ ਕੁਐਸਚਨ ਹੋ ਗਿਆ ਘਰ ਤਾਂ ਉਹਨਾਂ ਦੇ ਲਈ। ਮਤਲਬ ਜੇ ਆਪਾਂ ਗੱਲ ਕਰੀਏ ਤਾਂ ਇੱਕ ਅਪਾਰਟਮੈਂਟਾਂ ਰਹਿ ਜਾਣੀਆਂ ਨੇ ਉਹਨਾਂ ਦੇ ਵਾਸਤੇ ਜੀ, ਠੀਕ ਹੈ ਜੀ। ਫੂਡ ਵਾਲਾ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੀ ਮਾਰਕੀਟ ਦੇ ਵਿੱਚ ਕੀ ਹਾਲਾਤ ਨੇ ਜੀ, ਠੀਕ ਹੈ। ਔਰ ਇਹ ਜਿਹੜੀਆਂ ਸਾਰੀਆਂ ਪ੍ਰੋਬਲਮਾਂ ਨੇ ਉਹ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ। ਔਰ ਉਹਦੇ 'ਚ ਜਿਹੜਾ ਸਭ ਤੋਂ ਵੱਡਾ ਰੀਜ਼ਨ ਆ, ਜੋ ਕਿ ਗੌਰਮੈਂਟ ਇੱਕ ਚੀਜ਼ ਦਾ ਮਤਲਬ ਗਰਾਊਂਡ ਬਣਾ ਰਹੀ ਆ ਕਿ ਹਾਂਜੀ ਇਨਫਲੇਸ਼ਨ ਵਧੀ ਹੈ, ਇਨਫਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਇੰਟਰਸਟ ਰੇਟ ਵਧਾ ਰਹੇ ਹਾਂ। ਬਿਲਕੁਲ ਇਨਫਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਇੰਟਰਸਟ ਰੇਟ ਵਧਾਏ ਜਾਂਦੇ ਆ, ਬਟ ਉਹ ਇੱਕ ਇਕੱਲਾ ਉਹੀ ਇੱਕ ਫੈਕਟਰ ਨਹੀਂ ਹੈ ਇਨਫਲੇਸ਼ਨ ਨੂੰ ਕੰਟਰੋਲ ਕਰਨ ਦਾ। ਇਨਫਲੇਸ਼ਨ ਨੂੰ ਕੰਟਰੋਲ ਕਰਨ ਦਾ ਦੂਜਾ ਨਾਲ ਇਹ ਹੈ ਕਿ ਆਪਣੀ ਸਪੈਂਡਿੰਗ ਨੂੰ ਵੀ ਘਟਾਓ। ਮਤਲਬ ਤੁਸੀਂ ਲੋਕਾਂ ਦਾ ਤਾਂ ਗਲਾ ਘੁੱਟ ਰਹੇ ਹੋ ਕਿ ਤੁਸੀਂ ਆਪਣੀ ਸਪੈਂਡਿੰਗ ਬੰਦ ਕਰੋ, ਤੁਸੀਂ ਇਕੱਲੀ ਮੌਰਗੇਜ ਦੀ ਪੇਮੈਂਟ ਦੇਣੀ ਹੈ, ਤੁਸੀਂ ਰੋਟੀ ਖਾਣੀ ਹੈ ਜਾਂ ਨਹੀਂ ਖਾਣੀ ਉਹ ਸਾਡੀ ਸਿਰਦਰਦੀ ਨਹੀਂ ਹੈ। ਆਪ ਤੁਸੀਂ ਰੋਜ਼ ਆਪਣੇ ਇੰਨੇ ਖਰਚੇ ਕਰ ਰਹੇ ਹੋ, ਮਾਰਕੀਟ ਦੇ ਵਿੱਚ ਤੁਸੀਂ ਮਨੀ ਪੰਪ ਕਰ ਰਹੇ ਹੋ, ਤੁਸੀਂ ਇਨਫਲੇਸ਼ਨ ਨੂੰ ਕਿੱਥੇ ਕੰਟਰੋਲ ਕਰ ਰਹੇ ਹੋ? ਇਨਫਲੇਸ਼ਨ ਤਾਂ ਤੁਸੀਂ ਵਧਾ ਰਹੇ ਹੋ, ਵਧਾ ਤੁਸੀਂ ਰਹੇ ਹੋ। ਉਹਦਾ ਜਿਹੜਾ ਖੁਆਮਜਾ ਵਾ ਉਹਦਾ ਉਹ ਲੋਕੀ ਪੇ ਕਰ ਰਹੇ ਆ ਜੀ। ਅੱਜ ਤੁਸੀਂ ਇੱਕ ਚੀਜ਼ ਦੇਖੋ, ਅਸੀਂ ਮਤਲਬ ਰੋਜ਼ ਗੱਲ ਕਰਦੇ ਆ, ਸਾਡੀ ਰੋਜ਼ ਮਤਲਬ ਬੜੇ ਲੋਕਾਂ ਨਾਲ ਗੱਲ ਹੁੰਦੀ ਆ, ਹਰ ਰੋਜ਼ 2 ਜਾਂ 3 ਇਹੋ ਜਿਹੇ ਲੋਕ ਕਾਲ ਕਰਦੇ ਆ ਕਿ ਸਾਡੀ ਇਹ ਇਨਵੈਸਟਮੈਂਟ ਪ੍ਰਾਪਰਟੀ ਸੀ, ਅਸੀਂ ਇਹਨੂੰ ਮੇਨਟੇਨ ਨਹੀਂ ਕਰ ਸਕਦੇ, ਅਸੀਂ ਇਹਨੂੰ ਅਫੋਰਡ ਨਹੀਂ ਕਰ ਸਕਦੇਗੇ, ਇਹਨੂੰ ਤੁਸੀਂ ਵੇਚ ਦਿਓ। ਅਸੀਂ ਇਹ ਮਤਲਬ ਪ੍ਰਾਪਰਟੀ ਨੂੰ ਆਪਣੀ ਨੂੰ ਰੱਖ ਨਹੀਂ ਸਕਦੇਗੇ, ਕਿਉਂਕਿ ਜਿੰਨਾ ਸਾਨੂੰ ਇਹਦਾ ਰੈਂਟ ਆਉਂਦਾ ਵਾ। ਅੱਜ ਤੋਂ ਜੇ ਮੈਂ ਅਗਰ ਤਰਨ ਜੀ ਗੱਲ ਕਰਾਂ, ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਜੀ, ਅਸੀਂ ਲੋਕਾਂ ਨੂੰ ਇਹ ਗੱਲ ਕਹਿੰਦੇ ਸੀਗੇ ਕਿ ਜੇ ਤੁਸੀਂ 20% ਡਾਊਨ ਪੇਮੈਂਟ ਦੇ ਉੱਤੇ ਪ੍ਰਾਪਰਟੀ ਬਾਏ ਕਰਦੇ ਹੋ ਤਾਂ ਤੁਹਾਡਾ ਜਿਹੜਾ ਰੈਂਟ ਆ ਤੁਹਾਡੀ ਪ੍ਰਾਪਰਟੀ ਨੂੰ ਹੋਲਡ ਕਰ ਲੈਂਦਾ। ਉਹ ਜਿਹੜਾ ਨੰਬਰ ਆ ਜੀ 20% ਤੋਂ ਵੱਧ ਕੇ ਅੱਜ 50% ਤੇ ਆ ਚੁੱਕਿਆ ਜੀ। ਅੱਜ ਜਿਹੜੇ ਬੰਦੇ ਦੀ 50% ਇਕੁਇਟੀ ਆ ਤਾਂ ਉਹਦਾ ਰੈਂਟ ਉਸ ਪ੍ਰਾਪਰਟੀ ਨੂੰ ਮੈਨੇਜ ਕਰ ਪਾ ਰਿਹਾ ਜੀ। ਉਹ ਮਤਲਬ ਉੱਥੋਂ ਵੱਧ ਕੇ ਉੱਥੇ ਤੱਕ ਆ ਚੁੱਕੀ ਆ। ਉਹ ਹੁਣ ਕੀ ਆ, ਜਿਹੜਾ ਇਨਵੈਸਟਰ ਆ ਉਹ ਮਾਰਕੀਟ 'ਚ ਪ੍ਰਾਪਰਟੀ ਨਹੀਂ ਬਾਏ ਕਰਨਾ ਚਾਹੁੰਦਾ, ਉਹ ਰੱਖਣਾ ਨਹੀਂ ਚਾਹੁੰਦਾਗਾ ਜੀ। ਔਰ ਜਿਹੜਾ ਐਂਡ ਯੂਜ਼ਰ ਆ ਉਹ ਵਿਚਾਰਾ ਵੈਸੇ ਹੀ ਦਬਿਆ ਪਿਆ ਵਾ, ਉਹਨੂੰ ਉਸ ਪੇਮੈਂਟ ਤੋਂ ਬਿਨਾਂ ਕੋਈ ਸਾਹ ਨਹੀਂ ਆ ਰਿਹਾ। ਜੇ ਇਨਵੈਸਟਰ ਮਾਰਕੀਟ ਦੇ ਵਿੱਚ ਕੋਈ ਪ੍ਰਾਪਰਟੀ ਨਹੀਂ ਰੱਖਣੀ ਚਾਹੁੰਦਾਗਾ ਤਾਂ ਜਿਹੜੇ ਲੋਕੀ ਰੈਂਟ ਤੇ ਘਰ ਲੈਣਾ ਚਾਹੁੰਦੇ ਆ, ਜਿਹੜੇ ਲੋਕੀ ਨਵੇਂ ਆ ਰਹੇ ਆ, ਉਹਨਾਂ ਨੂੰ ਕਿੱਥੋਂ ਮਿਲੂਗੀ? ਸਰਕਾਰ ਕਹਿੰਦੀ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਹੈ ਕੋਈ ਰੈਂਟਲ ਬਿਲਡਿੰਗ ਹੋਵੇ। ਇਹ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਜੀ। ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਇਨਵੈਸਟਰ ਆ, ਚਾਹੇ ਉਹ ਕੌਂਡੋ ਆ, ਚਾਹੇ ਉਹ ਟਾਊਨ ਹਾਊਸ ਆ, ਚਾਹੇ ਉਹ ਘਰ ਆ, ਭਾਵੇਂ ਉਹ ਕੌਂਡੋ ਵੀ ਅਵੇਲੇਬਲ ਆ, ਉਹ ਕੋਈ ਨਾ ਕੋਈ ਇਨਵੈਸਟਰ ਆ ਉਹਦੇ ਪਿੱਛੇ। ਹੁਣ ਜੇ ਉਹ ਇਨਵੈਸਟਰ ਉਹਦੇ ਰੈਂਟ ਦੇ ਨਾਲ ਉਹਨੂੰ ਮੇਨਟੇਨ ਹੀ ਨਹੀਂ ਕਰ ਪਾ ਰਿਹਾਗਾ ਤਾਂ ਉਹ ਕੀ ਕਰੂਗਾ? ਉਹ ਵੇਚੂਗਾ ਜੀ ਉਹਨੂੰ। ਉਹ ਭਾਵੇਂ ਇੱਕ ਵਾਰ ਘਾਟਾ ਪਾ ਕੇ ਵੇਚ ਲਵੇ, ਪਰ ਉਹ ਪ੍ਰਾਪਰਟੀ ਨੂੰ ਤਾਂ ਡਿਸਪੋਜ਼ ਆਫ ਕਰ ਦੂਗਾ। ਜਦੋਂ ਉਹ ਪ੍ਰਾਪਰਟੀ ਮਾਰਕੀਟ ਚੋਂ ਬਾਹਰ ਜਾਂਦੀ ਆ, ਉਹ ਜਿਹੜੀ ਰੈਂਟ ਵਾਸਤੇ ਅਵੇਲੇਬਿਲਿਟੀ ਆ ਉਹ ਦਿਨੋਂ ਦਿਨ ਘਟਦੀ ਜਾ ਰਹੀ ਹੈ। ਜਿਵੇਂ ਤੁਸੀਂ ਗੱਲ ਕੀਤੀ ਹੈ ਸਰ, ਮੈਂ ਤੁਹਾਡੇ ਤੋਂ ਇਹਦੇ ਬਾਰੇ ਵਿੱਚ ਗੱਲਬਾਤ ਕਰਨਾ ਚਾਹੂੰਗੀ। ਜੋ ਇਸ ਵਕਤ ਹਾਲਾਤ ਬਣੇ ਹੋਏ ਨੇ, ਬਹੁਤ ਸਾਰੇ ਯੂਥ ਇਸ ਵਕਤ ਇਹ ਸੋਚ ਰਿਹਾ ਕਿ ਵੀ ਕੈਨੇਡਾ ਤੋਂ, ਜਿਵੇਂ ਸਰ ਨੇ ਕਿਹਾ ਕਿ ਬਾਹਰਲਾ ਆਪਸ਼ਨਸ ਦੇਖਣਾ ਸ਼ੁਰੂ ਕਰ ਦਿੱਤਾ ਆ। ਇਸ ਵਕਤ ਕੀ ਫਿਊਚਰ ਦੇਖ ਰਹੇ ਹੋ ਤੁਸੀਂ, ਸਪੈਸ਼ਲੀ ਜੇ ਹਾਊਸਿੰਗ ਮਾਰਕੀਟ ਦੀ ਗੱਲ ਕੀਤੀ ਜਾਵੇ? ਅਸੀਂ ਇੱਕ ਪਾਸੇ ਤਾਂ ਕਹਿ ਰਹੇ ਹਾਂ ਕਿ ਇੱਕ ਪਾਸੇ ਇਹਨਾਂ ਨੇ ਕਹਿ ਦਿੱਤਾ ਕਿ ਨਿਊ ਕਮਰਸ ਦੇ ਨਾਲ ਹਾਊਸਿੰਗ ਮਾਰਕੀਟ ਦੇ ਉੱਤੇ ਕੋਈ ਜ਼ਿਆਦਾ ਇਫੈਕਟ ਨਹੀਂ ਪੈ ਰਿਹਾ ਹੈਗਾ, ਪਰ ਬਾਕੀ ਸੇਵਾਵਾਂ ਦੇ ਉੱਤੇ ਵੀ ਪੈ ਰਿਹਾ। ਅਸੀਂ ਬ੍ਰੈਂਪਟਨ ਦੀ ਉਹ ਗੱਲ ਕਰ ਲਈਏ, ਇੱਕ ਹਸਪੀਟਲ ਹੈ, ਪਰ ਜਿਸ ਤਰੀਕੇ ਨਾਲ ਇਮੀਗ੍ਰੈਂਟਸ ਆ ਰਹੇ ਨੇ, ਇੱਕ ਉਹਦੇ ਉੱਤੇ ਇਨਫਰਾਸਟ੍ਰਕਚਰ ਦੇ ਉੱਤੇ ਵੀ ਬੋਝ ਉਨਾ ਹੀ ਵੱਧ ਰਿਹਾ ਵਾ। ਸੋ ਹਾਊਸਿੰਗ ਦੇ ਉੱਤੇ ਜਿਵੇਂ ਗੱਲ ਕਰ ਰਹੇ ਨੇ, ਇਸ ਵਕਤ ਸਿਟੀ ਇੰਨੀ ਜ਼ਿਆਦਾ ਡੈਂਸ ਹੋ ਰਹੀ ਆ, ਹੋਰ ਡੈਂਸ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸੋ ਬ੍ਰੈਂਪਟਨ ਦੇ ਡਿਪਟੀ ਮੇਅਰ ਨੇ ਇਹ ਵੀ ਕਿਹਾ ਸੀ, ਕਹਿੰਦੇ ਕਿ ਜੇ ਅਸੀਂ ਗੱਲ ਕਰੀਏ ਕਿ ਪਿੱਛੇ 3rd ਯੂਨਿਟ ਬਣਾਉਣ ਦੀ ਗੱਲ ਕਰਦੇ ਆ, ਜੇ ਅਸੀਂ ਅਪਾਰਟਮੈਂਟ ਦੀ ਗੱਲ ਕਰਦੇ ਆ, ਬੈਕਯਾਰਡ ਦੇ ਵਿੱਚ ਬਣਾਉਣ ਦੀ ਗੱਲ ਕਰਦੇ ਪਏ ਆ, ਤਾਂ ਉਹ ਬਾਕੀ ਸ਼ਹਿਰਾਂ ਲਈ ਮੰਨਿਆ ਜਾ ਸਕਦਾ, ਪਰ ਬ੍ਰੈਂਪਟਨ ਵਰਗੇ ਸ਼ਹਿਰਾਂ ਲਈ ਇੱਕ ਵਰਸਟ ਆਈਡੀਆ ਹੋ ਸਕਦਾ, ਕਿਉਂਕਿ ਸਿਟੀ ਦੇ ਵਿੱਚ ਇੰਨਾ ਸਪੇਸ ਨਹੀਂ ਹੈਗਾ ਕਿ ਅਸੀਂ 3rd ਜਿਹੜਾ ਆਪਸ਼ਨ ਦਿੱਤਾ ਜਾਵੇ ਕਿ ਤੁਸੀਂ ਬੈਕਯਾਰਡ ਨੂੰ ਵੀ ਕਵਰ ਕਰ ਲਵੋ। ਹਾਂਜੀ, ਬਿਲਕੁਲ। ਇਹ ਆਪਾਂ ਇੱਕ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀਗੀ ਇਹਦੇ ਬਾਰੇ ਚ ਕਿ ਅਸੀਂ, ਕਿਉਂਕਿ ਦੇਖੋ ਪੋਪੂਲੇਸ਼ਨ ਨੂੰ ਸਸਟੇਨ ਕਰਨ ਵਾਸਤੇ ਬੇਸਿਕ ਨੈਸੈਸਿਟੀਜ਼, ਬੇਸਿਕ ਇਨਫਰਾਸਟ੍ਰਕਚਰ ਦੀ ਲੋੜ ਹੈ। ਸਾਨੂੰ ਰੋਡਸ ਦੀ ਲੋੜ ਹੈ, ਸਾਨੂੰ ਸੀਵਰੇਜ ਦੀ ਲੋੜ ਹੈ, ਸਾਨੂੰ ਵਾਟਰ ਸਪਲਾਈ ਦੀ ਲੋੜ ਹੈ, ਸਾਨੂੰ ਇਲੈਕਟ੍ਰਿਸਿਟੀ ਦੀ ਲੋੜ ਹੈ।
ਇੱਕ ਸਰਟਨ ਕਪੈਸਿਟੀ ਹੈ ਸਾਡੇ ਸਿਟੀ ਦੀ ਜਿਹੜੀ ਆਪਾਂ ਉਹਨਾਂ ਨੂੰ ਸਟ੍ਰੈਚ ਕਰ ਸਕਦੇ ਆ। ਜਿਹੜੀਆਂ ਸੀਵਰੇਜ ਲਾਈਨਸ ਪਈਆਂ ਉਹਨਾਂ ਦੀ ਇੱਕ ਸਰਟਨ ਕਪੈਸਿਟੀ ਆ, ਉਸ ਤੋਂ ਉੱਤੇ ਨਹੀਂ ਹੋ ਸਕਦੀ। ਉਹ ਸਰਟਨ ਨੰਬਰ ਆਫ ਯੂਨਿਟਸ ਨੂੰ ਹੀ ਕੇਟਰ ਕਰ ਸਕਦੇ ਆ, ਉਸ ਤੋਂ ਵੱਧ ਨੂੰ ਨਹੀਂ ਉਹ ਲੋਡ ਲੈ ਸਕਣਗੇ, ਪਲੱਗ ਅਪ ਹੋ ਜਾਏਗਾ ਸਿਸਟਮ। ਵਾਟਰ ਸਪਲਾਈ ਜਿਹੜੀ ਹੈ ਉਹ ਇੱਕ ਸਰਟਨ ਕੁਆਂਟੀਟੀ ਦੇ ਵਿੱਚ ਐਟ ਅ ਟਾਈਮ ਕੀਤੀ ਜਾ ਸਕਦੀ ਹੈ। ਇਲੈਕਟ੍ਰਿਸਿਟੀ ਦੀ ਸਪਲਾਈ ਜਿਹੜੀ ਆ ਉਹ ਵੀ ਮਤਲਬ ਇੱਕ ਸਰਟਨ ਸਪਲਾਈ ਕੀਤੀ ਜਾ ਸਕਦੀ ਹੈ, ਕਿਉਂਕਿ ਲੋਡ ਜੇ ਅਸੀਂ ਲਾਈਨਸ ਦੇ ਉੱਤੇ ਜ਼ਿਆਦਾ ਪਾਵਾਂਗੇ ਤੇ ਡੈਫੀਨਿਟਲੀ ਉਹ ਖਰਾਬ ਹੋਣਗੀਆਂ। ਸੋ ਗੱਲ ਉਹੀ ਆ ਜਾਂਦੀ ਹੈ ਕਿ ਇੱਕ ਲਿਮਿਟ ਹੈਗੀ ਆ ਕਿ ਅਸੀਂ ਕਿੰਨਾ ਕੁ ਪੁਸ਼ ਕਰ ਸਕਦੇ ਆ ਸਿਟੀਜ਼ ਦੇ ਵਿੱਚ। ਉਹਦਾ ਆਪਸ਼ਨ ਦੂਸਰਾ ਇਹੀ ਹੈ ਕਿ ਹੋਰ ਏਰੀਆਜ਼ ਜਿਹੜੇ ਬਾਹਰ ਹੈਗੇ ਨੇ ਉਹਨਾਂ ਨੂੰ ਡਿਵੈਲਪ ਕੀਤਾ ਜਾਵੇ, ਉੱਥੇ ਇਹੋ ਜਿਹੀਆਂ ਪਾਲਿਸੀਜ਼ ਲਿਆਈਆਂ ਜਾਣ, ਕਿਉਂਕਿ ਜਿਹੜੇ এনवायरमेंट ਦਾ ਵੀ ਆਪਾਂ ਖਿਆਲ ਰੱਖਣਾ ਆ, ਪਰ ਇੱਕ ਬੈਲੈਂਸ ਬਣਾ ਕੇ ਚੱਲਣ ਦੀ ਲੋੜ ਹੈ। ਠੀਕ ਹੈ, ਡੈਫੀਨਿਟਲੀ ਜਿਹੜਾ এনवायरमेंट ਪ੍ਰੋਟੈਕਸ਼ਨ ਆ ਉਹ ਵੀ ਬਹੁਤ ਜ਼ਰੂਰੀ ਹੈਗੀ ਆ, ਲੇਕਿਨ ਪੋਪੂਲੇਸ਼ਨ ਵਾਸਤੇ ਵੀ ਸਾਨੂੰ ਜਿਹੜੇ ਨੇ ਘਰ ਚਾਹੀਦੇ ਨੇ, ਸਾਨੂੰ ਸ਼ਾਪਿੰਗ ਮਾਲਸ ਚਾਹੀਦੇ ਨੇ, ਸਾਰੀਆਂ ਜਿਹੜੀਆਂ ਬੇਸਿਕ ਨੈਸੈਸਿਟੀਜ਼ ਨੇ ਉਹ ਚਾਹੀਦੀਆਂ ਨੇ। ਸੋ ਇੱਕ ਬੈਲੈਂਸ ਬਣਾ ਕੇ ਉਹੋ ਜੀਆਂ ਪਾਕਟਸ, ਕਿਉਂਕਿ ਸਾਰੀ ਗ੍ਰੀਨ ਬੈਲਟ ਨਹੀਂ ਹੈਗੀ, ਗ੍ਰੀਨ ਬੈਲਟ ਤੋਂ ਬਾਹਰ ਵੀ ਸਾਡੀ ਹਜੇ ਬਹੁਤ ਲੈਂਡ ਹੈ ਜਿਹਨੂੰ ਡਿਵੈਲਪ ਕੀਤਾ ਜਾ ਸਕਦਾ ਆ। ਸੋ ਉੱਥੇ ਜੇ ਗਵਰਨਮੈਂਟ ਕੋਈ ਸਪੈਸ਼ਲ ਇਕਨੋਮਿਕ ਪੈਕੇजेस ਦੇਵੇ, ਬਿਲਡਰਸ ਨੂੰ ਦੇਵੇ ਜਾਂ ਵੱਡੀਆਂ ਕੰਪਨੀਆਂ ਨੂੰ ਦੇਵੇ ਕਿ ਜੇ ਤੁਸੀਂ ਆਪਣਾ ਯੂਨਿਟ ਇੱਥੇ ਲਾਉਂਦੇ ਹੋ ਤੇ ਨਾਲ ਤੁਸੀਂ ਉਹਦੇ ਲਈ ਹਾਊਸਿੰਗ ਪ੍ਰੋਵਾਈਡ ਕਰਦੇ ਹੋ ਤੇ ਤੁਹਾਨੂੰ ਸਪੈਸ਼ਲ ਇਨਸੈਂਟਿਵ ਦਿੱਤਾ ਜਾਏਗਾ। ਇਦਾਂ ਦੇ ਪ੍ਰੋਗਰਾਮ ਜੇ ਗਵਰਨਮੈਂਟ ਲੈ ਕੇ ਆਉਂਦੀ ਹੈ ਤਾਂ ਡੈਫੀਨਿਟਲੀ ਇਹਦਾ ਹੱਲ ਨਿਕਲੇਗਾ, ਕਿਉਂ ਨਹੀਂ ਨਿਕਲੇਗਾ। ਜਿਵੇਂ ਗੱਲ ਕੀਤੀ ਹੈ ਸਰ, ਹੁਣ ਹੀ ਹਾਲ ਹੀ ਦੇ ਵਿੱਚ ਗੱਲ ਕਰੀਏ, ਕੱਲ ਤੁਸੀਂ ਹੁਣ ਇਸ ਚੀਜ਼ ਦੀ ਸਾਨੂੰ ਜਾਣਕਾਰੀ ਦੇ ਕੇ ਹਟਿਓ ਕਿ ਯੂਐਸ ਦੇ ਵਿੱਚ ਰੇਟ ਆਫ ਇੰਟਰਸਟ 'ਚ ਵਾਧਾ ਹੋਇਆ। ਹਾਂਜੀ, ਕੈਨੇਡਾ ਤੇ ਹੁਣ ਕੀ ਅਸਰ ਪਏਗਾ? ਇੱਕ ਪਾਸੇ ਇਨਫਲੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ, 3% ਤੋਂ ਨੀਚੇ ਆ ਚੁੱਕੀ ਆ। ਕੀ ਸਤੰਬਰ 'ਚ ਹੋਣ ਵਾਲੀ ਮੀਟਿੰਗ ਦੇ ਵਿੱਚ ਇਹਦਾ ਅਸਰ ਦੇਖਣ ਨੂੰ ਮਿਲ ਸਕਦਾ? ਦੇਖੋ ਜੀ, ਬੈਂਕ ਆਫ ਕੈਨੇਡਾ ਤਰੁਣ ਜੀ ਹਜੇ ਵੀ ਕਲੀਅਰ ਇਹ ਗੱਲ ਕਹਿ ਰਿਹਾ ਕਿ ਜੇ ਇਹ ਚੀਜ਼ ਨਹੀਂ ਕੰਟਰੋਲ ਹੋਈ ਅਸੀਂ ਇੰਟਰਸਟ ਰੇਟ ਹੋਰ ਵਧਾਵਾਂਗੇ। ਇਹ ਚੀਜ਼ਾਂ ਉਹਨਾਂ ਚਿਰ ਨਹੀਂ ਕੰਟਰੋਲ ਹੋਣੀਆਂ ਜਿੰਨਾ ਚਿਰ ਸਰਕਾਰ ਆਪਦਾ ਖਰਚਾ ਕੰਟਰੋਲ ਨਹੀਂ ਕਰਦੀਗੀ। ਲੋਕਾਂ ਦੀ ਮਤਲਬ ਮੈਨੂੰ ਬਾਇੰਗ ਪਾਵਰ ਤਾਂ ਆਲਰੇਡੀ ਹੁਣ ਖਤਮ ਹੋ ਚੁੱਕੀ ਹੈ। ਮੈਨੂੰ ਸਮਝ ਨਹੀਂ ਲੱਗਦੀ ਵੀ ਲੋਕਾਂ ਬਾਰੇ ਕੀ ਗੱਲ ਕਰਦੇ ਆ। ਹੁਣ ਲੋਕੀ ਇਹੀ ਹੈ ਜੀ ਕਿ ਮਤਲਬ ਰੋਟੀ ਖਾਣੀ ਬੰਦ ਕਰ ਦੇਣ, ਹੋਰ ਤਾਂ ਮੈਨੂੰ ਕੋਈ ਇਹੋ ਜਿਹੀ ਚੀਜ਼ ਨਜ਼ਰ ਨਹੀਂ ਆ ਰਹੀ ਲੋਕਾਂ ਦੇ ਵਿੱਚ ਤਾਂ ਜੀ। ਠੀਕ ਹੈ ਜੀ, ਇਹ ਜਿਹੜੀਆਂ ਚੀਜ਼ਾਂ ਨੇ ਇੱਥੇ ਲੋਕਾਂ ਦੀ ਬਜਾਏ ਸਰਕਾਰ ਨੂੰ ਆਪ ਸੋਚਣਾ ਚਾਹੀਦਾ ਕਿ ਅਸੀਂ ਕੀ ਕਰ ਰਹੇ ਆ, ਉਸ ਚੀਜ਼ ਨੂੰ ਕੰਟਰੋਲ ਕਰਨ ਦੀ ਲੋੜ ਆ, ਨਾ ਕਿ ਲੋਕਾਂ ਨੂੰ ਇਸ ਟਾਈਮ ਕੰਟਰੋਲ ਕਰਨ ਦੀ ਲੋੜ ਆ। ਔਰ ਮੈਨੂੰ ਇਹ ਗੱਲ ਨਹੀਂ ਸਮਝ ਲੱਗਦੀ ਕਿ ਮਤਲਬ ਇੱਕ ਬੜਾ ਸਿੰਪਲ ਜਿਹਾ ਫਾਰਮੂਲਾ ਕਿ ਜਦੋਂ ਇਨਫਲੇਸ਼ਨ ਵੱਧਦਾ ਉਹਦਾ ਇੱਕੋ ਹੀ ਘਾਟਾ ਕਿ ਵੀ ਉਹਦੀ ਆਪਣੀ ਜਿਹੜੀ ਤੁਸੀਂ ਸਪੈਂਡਿੰਗ ਆ ਆਪਣੀ ਸਪੈਂਡਿੰਗ ਨੂੰ ਘਟਾਓ। ਸਰਕਾਰ ਤਾਂ ਸਪੈਂਡਿੰਗ ਆਪਣੀ ਤਿੱਗਣੀ ਚੌਗਣੀ ਕਰ ਰਹੀ ਹੈ ਜੀ, ਲੋਕਾਂ ਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਮਤਲਬ ਇੰਟਰਸਟ ਰੇਟ ਆ 7% ਤੁਸੀਂ ਇੰਟਰਸਟ ਰੇਟ ਪੇ ਕਰੋ ਜੀ। ਇਹ ਕਿੱਥੋਂ ਦੀ ਜਸਟੀਫਿਕੇਸ਼ਨ ਆ ਜੀ? ਮਤਲਬ ਤੁਸੀਂ ਪਹਿਲਾਂ ਆਪਦਾ ਖਰਚਾ ਤਾਂ ਘਟਾਓ, ਫਿਰ ਤੁਸੀਂ ਲੋਕਾਂ ਬਾਰੇ ਗੱਲ ਕਰੋ ਜੀ ਵੀ ਹਾਂ ਤੁਸੀਂ ਲੋਕਾਂ ਨੂੰ ਅਸੀਂ ਇਹ ਗੱਲ ਕਹੀਏ ਕਿ ਤੁਸੀਂ ਆਪਣੀ। ਹੁਣ ਤੁਸੀਂ ਇੱਕ ਚੀਜ਼ ਦੇਖੋ, ਲੋਕੀ ਤਾਂ ਆਲਰੇਡੀ ਉਹਨਾਂ ਦੀ ਸਪੈਂਡਿੰਗ ਜਿੱਥੇ ਹੁਣ ਕੋਈ ਵੀ ਫੈਮਿਲੀ ਆ ਜੀ ਤਰਨ ਜੀ, ਇਹੋ ਜਿਹਾ ਤਾਂ ਕੁਛ ਨਹੀਂ ਹੋਇਆ ਮੈਜਿਕ। ਜੇ ਕੋਈ ਫੈਮਿਲੀ ਅੱਜ $5000 ਕਮਾ ਰਹੀ ਸੀ ਤੇ ਉਹਦੀ ਪਿਛਲੇ 6 ਮਹੀਨਿਆਂ ਦੇ ਵਿੱਚ ਉਹਨਾਂ ਦੀ ਇਨਕਮ 5 ਤੋਂ 15000 ਹੋ ਗਈ, ਇਹੋ ਜਿਹਾ ਤਾਂ ਕਿਸੇ ਫੈਮਿਲੀ ਦਾ ਕੁਛ ਨਹੀਂ ਹੋਇਆ ਜੀ। ਉਹ ਜਿਹੜੀ ਫੈਮਿਲੀ 5000 ਕਮਾ ਰਹੀ ਸੀਗੀ ਉਹਦਾ ਕੀ ਹੈ, ਜਿੱਥੇ ਅੱਗੇ ਉਹ $1000 ਦੀ ਗਰੋਸਰੀ ਲੈਂਦੇ ਸੀ, ਅੱਜ ਉਹ ਜਿੰਨੀ $1000 ਦੀ ਪਹਿਲਾਂ ਗਰੋਸਰੀ ਲੈਂਦੇ ਸੀ ਅੱਜ ਉਹਦੇ ਨਾਲ ਅੱਧੀ ਗਰੋਸਰੀ ਰਹਿ ਗਈ ਉਹਨਾਂ ਦੀ। ਉਹਨਾਂ ਦੀ ਸਪੈਂਡਿੰਗ ਤਾਂ ਅੱਗੇ ਹੀ ਖਤਮ ਹੁੰਦੀ ਜਾ ਰਹੀ ਹੈ ਜੀ। ਗਰੋਸਰੀ ਉਹਨਾਂ ਦੀ ਮਤਲਬ ਘਟ ਗਈ ਜੀ, ਇੰਸ਼ੋਰੈਂਸ ਗੱਡੀਆਂ ਦੀ ਸਾਰਾ ਕੁਛ ਚੀਜ਼ਾਂ ਅੱਗੇ ਜ਼ਿਆਦਾ ਨੇ ਜੀ, ਕੋਈ ਵੀ ਚੀਜ਼ ਨਹੀਂ ਹੈ। ਮੌਰਗੇਜ ਦੀਆਂ ਪੇਮੈਂਟਸ ਉਹਨਾਂ ਦੀਆਂ ਵਧੀਆ ਹੋਈਆਂ ਨੇ, ਉਹਨਾਂ ਦੀ ਸਪੈਂਡਿੰਗ ਤਾਂ ਰਹੀ ਹੀ ਨਹੀਂ ਹੈ ਕਿਸੇ ਚੀਜ਼ ਵਾਸਤੇ ਜੀ। ਸੋ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਇਨਫਲੇਸ਼ਨ ਦੇ ਵਿੱਚ ਜਿਹੜਾ ਇਸ ਟਾਈਮ ਸਭ ਤੋਂ ਜਿਹੜਾ ਨੈਗੇਟਿਵ ਪਾਰਟ ਪਲੇ ਹੋ ਰਿਹਾ ਜੀ ਉਹ ਸਰਕਾਰ ਦੀ ਆਪਦੀ ਸਪੈਂਡਿੰਗ ਹੈ ਜੀ, ਨਾ ਕਿ ਲੋਕਾਂ ਦੀ ਸਪੈਂਡਿੰਗ ਹੈ ਜੀ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ 12 ਤਰੀਕ ਨੂੰ ਇੰਟਰਸਟ ਰੇਟ ਵਧਾਇਆ, ਨਾਲ ਦੀ ਨਾਲ ਜਿਹੜਾ ਆ ਅਨਾਉਂਸਮੈਂਟ ਹੋ ਗਈ ਕਿ ਯੂਕਰੇਨ ਨੂੰ $541 ਮਿਲੀਅਨ ਜਿਹੜਾ ਆ ਉਹ ਦਿੱਤਾ ਜਾਏਗਾ। ਸੋ ਹੁਣ ਤੁਸੀਂ ਜੇ ਤੁਹਾਡਾ ਆਪਣਾ ਘਰ ਹੀ ਠੀਕ ਨਹੀਂ ਹੈਗਾ, ਚਲੋ ਠੀਕ ਹੈ ਕਿ ਉੱਥੇ ਜਿਹੜੀ ਹੈ ਉਹ ਲੋੜ ਹੈ ਲੋਕਾਂ ਦੀ, ਉੱਥੇ ਜ਼ਿੰਦਗੀ ਬੜੀ ਬਦਤਰ ਹੈ ਸਾਡੇ ਨਾਲੋਂ, ਲੇਕਿਨ ਚੈਰਿਟੀ ਬਿਗਨਸ ਐਟ ਹੋਮ। ਜੇ ਸਾਡੇ ਇੱਥੇ ਹਾਲਾਤ ਮਤਲਬ ਜਿਵੇਂ ਕਹਿ ਲਓ ਕਿ ਹੁਣ ਅਗਲਾ ਸਟੈਪ ਮੈਨੂੰ ਇਹੀ ਲੱਗਦਾ ਕਿ ਖਾਨਾ ਜੰਗੀ ਵਾਲੀ ਉਹੀ ਗੱਲ ਹੋਣੀ ਹੈ ਵੀ ਲੋਕਾਂ ਨੇ ਹੁਣ ਜਿਵੇਂ ਇੰਡੀਆ ਨੇ ਜਿਹੜਾ ਬੈਨ ਕਰ ਦਿੱਤਾ ਰਾਈਸ ਦੇ ਉੱਤੇ, ਉਹ ਮਤਲਬ ਹੁਣ ਇੱਕ ਤਰ੍ਹਾਂ ਨਾਲ ਪੈਨਿਕ ਹੈ ਲੋਕਾਂ ਦੇ ਵਿੱਚ ਵੀ ਜੇ ਇੱਥੇ ਰਾਈਸ ਨਹੀਂ ਆਊਗਾ ਤੇ ਅਸੀਂ ਖਾਣਾ ਕੀ ਹੈਗਾ। ਇੱਕ
ਵੱਡੀ ਮੈਜੋਰਟੀ ਪੋਪੂਲੇਸ਼ਨ ਦੀ ਹੈ ਜਿਹੜੀ ਕਿ ਹਰ ਰੋਜ਼ ਉਹਨਾਂ ਨੂੰ ਰਾਈਸ ਚਾਹੀਦਾ ਹੀ ਚਾਹੀਦਾ ਉਹਨਾਂ ਦੇ ਫੂਡ ਦੇ ਵਿੱਚ। ਸੋ ਇੱਕ ਤਰ੍ਹਾਂ ਤਾਂ ਮਤਲਬ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਇਹੀ ਹਾਲਾਤ ਰਹੇ ਤੇ ਫਿਰ ਤੇ ਮਤਲਬ ਖਾਨਾ ਜੰਗੀ ਵਾਲੀ ਹੋਈ ਗੱਲ ਹੋ ਜਾਏਗੀ, ਸਿਵਲ ਵਾਰ ਵਾਲੀ ਹੋਈ ਗੱਲ, ਲੋਕ ਆਪਸ 'ਚ ਲੜਨਗੇ ਜਾਂ ਮਤਲਬ ਗਵਰਨਮੈਂਟ ਦੇ ਆਫਿਸਿਸ ਨੂੰ ਭੰਨਣ ਤੋੜਨਗੇ ਤੇ ਉਹ ਅਸੀਂ ਮਤਲਬ ਕਿੱਥੇ ਤਾਂ ਇੱਕ ਮਤਲਬ ਵਰਲਡ ਕਲਾਸ ਜਿਹੜਾ ਫਰਸਟ ਵਰਲਡ ਆਰਡਰ ਦੀ ਗੱਲ ਕਰਦੇ ਸੀਗੇ ਤੇ ਕਿੱਥੇ ਹੁਣ ਅਸੀਂ ਥਰਡ ਵਰਲਡ ਦੇ ਨਾਲੋਂ ਵੀ ਬਦਤਰ ਹਾਲਾਤਾਂ ਵੱਲ ਵਧ ਰਹੇ ਹਾਂ। ਸੋ ਡੈਫੀਨਿਟਲੀ ਗਵਰਨਮੈਂਟ ਨੂੰ ਆਪਣੀ ਸਵੈ ਪੜਚੋਲ ਕਰਨ ਦੀ ਲੋੜ ਹੈ। ਜਿਵੇਂ ਪ੍ਰਵੀਨ ਜੀ ਨੇ ਕਿਹਾ ਕਿ ਆਪਣੀ ਸਪੈਂਡਿੰਗ ਤਾਂ ਉਹ ਘਟਾ ਨਹੀਂ ਰਹੇ ਤੇ ਲੋਕਾਂ ਦਾ ਗਲਾ ਹਰ ਰੋਜ਼ ਉਹ ਘੁੱਟ ਰਹੇ ਆ ਕਿ ਤੁਸੀਂ ਜਿਹੜੀ ਹੈ ਬਸ ਕਰੋ ਵੀ ਹੁਣ ਸਾਹ ਲੈਣਾ ਵੀ ਤੁਹਾਡਾ ਜਿਹੜਾ ਨਾ ਉਹ ਅਸੀਂ ਉਹਦੇ ਤੇ ਵੀ ਟੈਕਸ ਲਾ ਦੇਣਾ ਹੈ। ਸੋ ਇਹ ਕਿਤੇ ਨਾ ਕਿਤੇ ਜਿਹੜੀ ਹੈ ਗੱਲ ਮਤਲਬ ਜੱਜਦੀ ਨਹੀਂ ਹੈਗੀ। ਤੁਸੀਂ ਦੇਖੋ ਕਿ ਸਮਰ ਵਕੇਸ਼ਨਸ ਨੇ ਤੇ ਇਸ ਵਕਤ ਕੋਈ ਖਾਸ ਹਲਚਲ ਨਹੀਂ ਦੇਖਣ ਨੂੰ ਮਿਲ ਰਹੀ ਹੈਗੀ। ਮੈਂ ਇੱਕ ਪ੍ਰੋਗਰਾਮ ਦੇਖ ਰਹੀ ਸੀ, ਉਹ 'ਚ ਸੁਣ ਰਹੀ ਸੀ, ਕਹਿੰਦੇ ਕਿ ਕੈਨੇਡੀਅਨਸ ਕਿਸੇ ਟਾਈਮ ਦੇ ਵਿੱਚ ਬਹੁਤ ਵਧੀਆ ਗਰੋਸਰੀ ਕਰ ਲੈਂਦੇ ਸੀ, ਪੂਰੇ ਭਰੇ ਪਏ ਹੁੰਦੇ ਸੀ ਉਹਨਾਂ ਦੇ ਕਾਰਟਸ ਤੇ ਹੁਣ ਜਾ ਕੇ ਪਹਿਲਾਂ ਗਰੋਸਰੀ ਸਟੋਰਸ ਤੇ ਦੇਖਦੇ ਆ ਵੀ ਕਲੀਅਰੈਂਸ ਦੇ ਵਿੱਚ ਸੈਕਸ਼ਨ 'ਚ ਕੀ ਚੀਜ਼ਾਂ ਲੱਗੀਆਂ ਹੋਈਆਂ ਨੇ ਤੇ ਆਫ ਕਿੱਥੇ ਹੈਗੀ, ਆਫ ਦੇ ਟਾਈਮ ਦੇ ਵਿੱਚ ਜਾ ਕੇ ਕੋਈ ਨਾ ਕੋਈ ਚੀਜ਼ ਜਾ ਕੇ ਬਾਏ ਕਰਦੇ ਪਏ ਆ। ਸੋ ਹੁਣ ਮੈਂ ਰੀਅਲ ਸਟੇਟ ਦੇ ਮੁੱਦੇ ਦੇ ਉੱਤੇ ਵਾਪਸ ਆਵਾਂ, ਇਸ ਵਕਤ ਕੈਨੇਡਾ ਦੀ ਰੀਅਲ ਸਟੇਟ ਮਾਰਕੀਟ ਖਾਸ ਤੌਰ ਤੇ GTA ਦੀ ਇਸ ਹਫਤੇ ਕਿੱਦਾਂ ਦੀ ਰਹੀ? ਦੇਖੋ ਜਿਹੜੀ ਮਾਰਕੀਟ ਆ ਤਰਨ ਜੀ, ਉਹਦੇ ਚ ਨੰਬਰ ਆਫ ਟ੍ਰਾਂਜੈਕਸ਼ਨਸ ਨੇ ਜਿਹੜੀਆਂ ਗੱਲ ਕਰਾਂਗੇ ਜੀ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਫੋਨ ਨੰਬਰ 6277, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਮਾਫੀ ਚਾਹਾਂਗੇ ਜੀ, ਸ਼ਾਇਦ ਤੁਸੀਂ ਟੀਵੀ ਦੇ ਉੱਤੇ ਸੁਣ ਰਹੇ ਹੋ। ਕਿਰਪਾ ਕਰਕੇ ਜਦੋਂ ਕਾਲ ਕਰਦੇ ਹੋ ਤਾਂ ਡਾਇਰੈਕਟਲੀ ਫੋਨ ਦੇ ਉੱਤੇ ਸੁਣਿਆ ਕਰੋ। ਤੁਸੀਂ ਸਾਨੂੰ ਦੁਬਾਰਾ ਬੈਕ ਕਾਲ ਕਰ ਸਕਦੇ ਹੋ ਜੀ। ਜੀ ਸਰ, ਕਰੰਟ ਸਿਚੁਏਸ਼ਨ ਦੀ ਗੱਲ ਕਰ ਰਹੇ ਸੀ। ਜਿਹੜੀ ਕਰੰਟ ਸਿਚੁਏਸ਼ਨ ਆ ਤਰਨ ਜੀ, ਉਹਦੇ ਚ ਇਹ ਆ ਕਿ ਦੇਖੋ ਮਾਰਕੀਟ ਦੇ ਵਿੱਚ ਜਿਹੜੀਆਂ ਨੰਬਰ ਆਫ ਟ੍ਰਾਂਜੈਕਸ਼ਨਸ ਨੇ ਉਹ ਘਟੀਆਂ ਤਾਂ ਜ਼ਰੂਰ ਨੇ, ਬਟ ਇਹ ਆ ਕਿ ਲੋਕਾਂ ਨੇ ਫਿਰ ਵੀ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ। ਕਿਸੇ ਨਾ ਕਿਸੇ ਤਰੀਕੇ ਲੋਕੀ ਚੀਜ਼ਾਂ ਨੂੰ ਆਪਣੀਆਂ ਨੂੰ ਮੈਨੇਜ ਕਰ ਰਹੇ ਨੇ, ਮਤਲਬ ਬਾਇੰਗ ਸੈਲਿੰਗ ਹੋ ਰਹੀ ਆ। ਬਾਕੀ ਮਾਰਕੀਟ ਦੇ ਵਿੱਚ ਕਿਉਂਕਿ ਜਦੋਂ ਨੰਬਰ ਆਫ ਟ੍ਰਾਂਜੈਕਸ਼ਨਸ ਥੋੜਾ ਜਿਹਾ ਘਟਦੀਆਂ ਨੇ ਤਾਂ ਇਨਵੈਂਟਰੀ ਦਾ ਨੰਬਰ ਵੀ ਵੱਧਦਾ। ਬਟ ਇਸ ਟਾਈਮ ਪਤਾ ਕੀ ਹੈ ਜੀ, ਇਨਵੈਂਟਰੀ ਤੋਂ ਬਿਨਾ ਸਭ ਤੋਂ ਵੱਡੀ ਗੱਲ ਇਹ ਹੈ ਤਰਨ ਜੀ ਕਿ ਜਿਹੜਾ ਲੋਕਾਂ ਦੇ ਅੰਦਰ ਇਸ ਟਾਈਮ ਫੀਅਰ ਫੈਲਿਆ ਹੋਇਆ ਜੀ ਬਹੁਤ ਜ਼ਿਆਦਾ, ਉਹ ਇਸ ਟਾਈਮ ਸਭ ਤੋਂ ਵੱਡੀ ਪ੍ਰੋਬਲਮ ਹੈ। ਡਰ ਕੀ ਫੈਲਿਆ ਹੋਇਆ ਉਹਨਾਂ ਦੇ ਅੰਦਰ ਕਿ ਵੀ ਅਸੀਂ ਘਰ ਅਫੋਰਡ ਕਰ ਪਾਵਾਂਗੇ ਜਾਂ ਨਹੀਂ ਕਰ ਪਾਵਾਂਗੇ। ਮਤਲਬ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣੀ ਜਿਹੜੀ ਕਰੰਟ ਸਿਚੁਏਸ਼ਨ ਆ ਉਹਦੇ ਤੇ ਕੰਪਰੋਮਾਈਜ਼ ਕਰ ਰਹੇ ਨੇ। ਬਹੁਤ ਇਹੋ ਜਿਹੀਆਂ ਫੈਮਲੀਆਂ ਨੇ ਜਿਹੜੀਆਂ ਅਪਸਾਈਜ਼ ਕਰਨਾ ਚਾਹੁੰਦੀਆਂ ਸੀ, ਫੈਮਿਲੀ ਦੀ ਰਿਕੁਆਇਰਮੈਂਟ ਆ ਕਿ ਆ ਘਰ ਉਹਨਾਂ ਨੂੰ ਸਪੇਸ ਜ਼ਿਆਦਾ ਚਾਹੀਦੀ ਆ, ਬਟ ਉਹ ਕਿਸੇ ਨਾ ਕਿਸੇ ਤਰੀਕੇ ਜਿੱਥੇ ਉਹ ਰਹਿ ਰਹੇ ਨੇ ਉਸੇ ਹੀ ਥਾਂ ਤੇ ਉਹ ਕੰਪਰੋਮਾਈਜ਼ ਕਰ ਰਹੇ ਨੇ ਕਿ ਵੀ ਆਪਾਂ ਹੋਰ ਕੋਈ ਜਿਹੜੀ ਚੀਜ਼ ਆ ਨਾ ਵਧਾਈਏ ਜਾਂ ਘਰ ਆਪਣਾ ਵੱਡਾ ਨਾ ਲਈਏ। ਮੈਨੂੰ ਇਹ ਲੱਗ ਰਿਹਾ ਕਿ ਇਸ ਟਾਈਮ ਜੇ ਸਰਕਾਰ ਹੋਰ ਇੰਟਰਸਟ ਰੇਟ ਵਗੈਰਾ ਵਧਾਉਂਦੀ ਹੈ ਜੀ, ਮਤਲਬ ਦੇਖੋ ਹੱਲ ਤਾਂ ਕੋਈ ਨਹੀਂ ਲੋਕਾਂ ਕੋਲ, ਲੋਕੀ ਕੀ ਕਰ ਸਕਦੇ ਆ ਜੀ। ਹੁਣ ਜੇ ਇੰਟਰਸਟ ਰੇਟ ਵਧਾਉਣਗੇ, ਜੇ ਬੈਂਕ ਦੀ ਪੇਮੈਂਟ ਵਧੂਗੀ, ਉਹ ਜਿਵੇਂ ਵੀ ਮਰਜ਼ੀ ਕਰਨਗੇ, ਉਹ ਆਪਣੀ ਪੇਮੈਂਟ ਦੇਣਗੇ। ਉਹ ਮਤਲਬ ਜਿੱਦਾਂ ਆਪਾਂ ਢਿੱਲੋਂ ਸਾਹਿਬ ਨੇ ਗੱਲ ਕੀਤੀ ਹੈ ਕਿ ਦੂਜੇ ਕੰਟਰੀ ਦੇ ਵਿੱਚ ਜਿੱਦਾਂ ਹਾਲਾਤ ਹੁੰਦੇ ਸੀਗੇ ਕਿ ਲੋਕੀ ਮਤਲਬ ਬੜੀਆਂ ਅਨਐਥੀਕਲ ਚੀਜ਼ਾਂ ਜਾਂ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦੇ ਸੀਗੇ। ਮੈਨੂੰ ਲੱਗਦਾ ਕਿ ਜੇ ਇਹ ਚੀਜ਼ ਇਦਾਂ ਹੀ ਵੱਧਦੀ ਗਈ ਤਾਂ ਲੋਕੀ ਕਾਫੀ ਮਜਬੂਰ ਹੋ ਜਾਣਗੇ ਕੁਝ ਹੋਰ ਚੀਜ਼ਾਂ ਕਰਨ ਵਾਸਤੇ ਵੀ। ਜ਼ਿਆਦਾ ਲੋਕੀ ਇਹ ਹੈ ਕਿ ਆਈ ਥਿੰਕ ਸ਼ਾਇਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਹਾਂਜੀ ਸਰ, ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਤੁਹਾਡੀ ਕਾਲ ਫਾਰਵਰਡ ਕਰ ਦਿੱਤੀ ਗਈ ਹੈ ਜੀ। ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਸਟੂਡੀਓ 'ਚ ਤੁਹਾਡੀ ਕਾਲ ਔਨ 에ਅਰ ਹੈ। अच्छा थैंक यू जी, मेहरबानी जी। जी मैं जी ना अपने जिम्मे इन्होंने 544 मिली है, बाकी साडे कैटेगरी ਦੇ ਵਿੱਚ ਤਾਂ ਛੋਟੇ ਘਰ ਆਫਰ ਦੇ ਨਾਲ ਵਿਕਦੇ, ਜਿਹੜਾ ਕੋਈ 5.5 ਲੱਗਿਆ ਹੁੰਦਾ, 4.5 ਲੱਗਿਆ ਹੁੰਦਾ, 5 ਦੇ ਕਰੀਬ ਵਿਕ ਜਾਂਦਾ। ਤੇ ਇਹਦੇ ਵਿੱਚ ਤਾਂ ਮਤਲਬ ਮੇਰਾ ਖਿਆਲ ਹੈ ਜਿਹੜਾ ਇਹਨਾਂ ਨੇ ਦੱਸਿਆ ਵੀ ਆਪਣੇ ਜਗਰੇ ਨੂੰ ਇੰਨਾ ਪੈਸਾ ਦੇ ਰਹੇ ਨੇ, ਉਹ ਆਪਣੇ ਪਬਲਿਕ ਤੋਂ ਹੀ ਪੈਣਾ। ਬਾਕੀ ਦਾ ਤੁਹਾਨੂੰ ਪਤਾ ਗਰੋਸਰੀ ਹੋਰ ਭਾਈ ਸਾਹਿਬ ਨੇ ਸਾਰਾ ਕੁਝ ਆਪਣਾ ਜਿਵੇਂ ਕਹਿੰਦੇ ਮਹਿੰਗਾਈ ਬੜੀ ਲੱਕ ਤੋੜ ਲੰਘ ਰਹੀ ਆ, ਇਹ ਪੈਸਾ ਵੀ ਆਪਣੇ ਦੀ ਪਊਗਾ ਨਾ। ਇਹਦੇ ਵਾਸਤੇ ਚੱਲਣਾ ਮੈਂ ਟੀਵੀ ਤੇ ਸੁਣਦਾ ਜੀ। ਥੈਂਕ ਯੂ ਸੋ ਮਚ ਜੀ। ਟੈਕਸ ਪੇਅਰਸ ਦੇ ਉੱਤੇ ਕਹਿ ਰਹੇ ਨੇ ਕਿ ਬੋਝ ਪਏਗਾ ਜਿੰਨਾ ਵੀ ਇਸ ਵਕਤ ਫੰਡਿੰਗ ਜਾਰੀ ਹੈ, ਚਾਹੇ ਫੋਰਨਸ ਨੂੰ ਜਾਰੀ ਹੈ, ਅਸਾਈਲਮ ਸੀਕਰਸ ਨੂੰ ਵੀ $200 ਮਿਲੀਅਨ ਤੋਂ ਪਲੱਸ ਦੀ ਜਿਹੜੀ ਹੈ ਇੱਥੇ ਹਾਊਸਿੰਗ ਦੇ ਲਈ ਜਿਹੜੀ ਫੰਡਿੰਗ ਦਿੱਤੀ ਗਈ ਹੈ ਉਹ ਵੱਖਰੀ ਹੈ ਜੇ ਯੂਕਰੇਨੀਅਨ ਹੈਲਪ ਤੋਂ ਇਲਾਵਾ। ਸੋ ਕਹਿ ਰਹੇ ਸੀ ਟੈਕਸ ਪੇਅਰਸ ਦੇ ਉੱਤੇ ਬੋਝ ਪੈ ਰਿਹਾ, ਕੀ ਕਹਿਣਾ ਚਾਹੋਗੇ? ਤਰਨ ਜੀ ਬਿਲਕੁਲ ਇਹ ਤਾਂ ਹੈ ਜੀ, ਕੋਈ ਵੀ ਜਿਹੜੀ ਚੀਜ਼ ਆ ਐਂਡ ਆਫ ਦਾ ਡੇ ਟੈਕਸ ਪੇਅਰ ਦੇ ਉੱਪਰ ਹੀ ਬੋਝ ਪੈਣਾ ਜੀ। ਠੀਕ ਹੈ ਜੀ। ਹੁਣ ਤੁਸੀਂ ਇੱਕ ਗੱਲ ਦੇਖੀਏ, ਆਪਾਂ ਮਤਲਬ ਆਪਾਂ ਇਸ ਚੀਜ਼ ਤੇ ਬੜਾ ਜਿਵੇਂ ਕਹ ਲਓ ਕਿ ਡਿਬੇਟ ਵਾਲਾ ਇਸ਼ੂ ਆ ਕਿ ਸਰਕਾਰ ਨੇ ਕਿਹੜੀ ਚੀਜ਼ ਠੀਕ ਕੀਤੀ, ਕਿਹੜੀ ਚੀਜ਼ ਠੀਕ ਨਹੀਂ ਕੀਤੀ, ਰਾਦਰ ਦੈਨ ਗੋਇੰਗ ਇਨਟੂ ਦੈਟ ਕਿ ਸਰਕਾਰ ਕੀ ਠੀਕ ਕਰ ਰਹੀ ਹੈ ਕੀ ਨਹੀਂ ਠੀਕ ਕਰ ਰਹੀ।
ਉਹ ਕਿਉਂਕਿ ਜਿਹੜਾ ਪੋਲੀਟੀਕਲ ਮਸਲਾ ਉਹ ਸਾਡਾ ਮਤਲਬ ਕੋਈ ਹੈ ਨੀਗਾ ਲੈਕਾ ਦੇਕਾ ਨਾ ਹੀ, ਸਾਨੂੰ ਸਿਰਫ ਤੇ ਸਿਰਫ ਜਿਹੜੀ ਚੀਜ਼ ਇੱਕ ਮਤਲਬ ਠੀਕ ਨਹੀਂ ਲੱਗ ਰਹੀਗੀ ਉਹ ਇਹ ਨਹੀਂ ਠੀਕ ਲੱਗ ਰਹੀਗੀ ਕਿ ਜੋ ਘਰਾਂ ਦੇ ਉੱਤੇ ਮਤਲਬ ਲੋਕਾਂ ਦੀਆਂ ਪੇਮੈਂਟਸ ਜਿੰਨੀ ਤੇਜ਼ੀ ਨਾਲ ਵਧਾਈਆਂ ਜਾ ਰਹੀਆਂ ਨੇ, ਜਾਂ ਉਹ ਜੋ ਪੇਮੈਂਟਸ ਜਾਂ ਉਹਨਾਂ ਨੂੰ ਜਿਵੇਂ ਕੁਆਲੀਫਾਈ ਕਰਨ ਵਾਸਤੇ ਜੋ ਸਰਕਾਰ ਦੀਆਂ ਪਾਲਿਸੀਆਂ ਬਣਾਈਆਂ ਗਈਆਂ ਨੇ ਉਹ ਲੋਕਾਂ ਵਾਸਤੇ ਪਾਲਿਸੀਆਂ ਬਿਲਕੁਲ ਵੀ ਠੀਕ ਨਹੀਂ ਬੈਠ ਰਹੀਆਂ ਗਈਆਂ। ਸਭ ਤੋਂ ਪਹਿਲੀ ਗੱਲ ਇਹ ਹੈ ਜੀ। ਉਹਦੇ ਚ ਦੂਜੀ ਜਿਹੜੀ ਆਪਾਂ ਗੱਲ ਕਰੀਏ, ਮੈਂ ਅੱਗੇ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਪਿਛਲੇ 15 ਸਾਲਾਂ ਤੋਂ ਇਹ ਜਿਹੜੀਆਂ ਚੀਜ਼ਾਂ ਨੇ ਖੁੱਲੀਆਂ ਚੱਲੀਆਂ ਆ ਰਹੀਆਂ ਸੀਗੀਆਂ। ਇੰਟਰਸਟ ਰੇਟ ਇੰਨਾ ਲੋ ਸੀ, ਮੈਂ ਸਮਝਦਾ ਕਿ ਜਿਹੜਾ ਇੰਟਰਸਟ ਰੇਟ ਆ ਘੱਟ ਸੀ ਉਹ ਠੀਕ ਨਹੀਂ ਸੀ ਹੋ ਰਿਹਾ ਕਿ ਜਿਹੜਾ ਲੋ ਇੰਟਰਸਟ ਰੇਟ ਵੀ ਸੀਗਾ, ਪਰ ਉਹ ਚੀਜ਼ ਨੂੰ ਉਦੋਂ ਕੰਟਰੋਲ ਬਿਲਕੁਲ ਨਹੀਂ ਕੀਤਾ ਗਿਆਗਾ। ਔਰ ਮੈਂ ਇਹ ਨਹੀਂ ਕਹਿੰਦਾ ਕਿ ਹੁਣ ਇਹਨੂੰ ਕੰਟਰੋਲ ਨਾ ਕਰੋ, ਪਰ ਜਿਹੜਾ ਇਹਨੂੰ ਕੰਟਰੋਲ ਕਰਨ ਦਾ ਤਰੀਕਾ ਇੱਕ ਤਾਂ ਉਹ ਗਲਤ ਆ ਜੀ ਇਸ ਟਾਈਮ, ਸਭ ਤੋਂ ਵੱਡੀ ਗੱਲ ਆ। ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਚੀਜ਼ ਸਰਕਾਰ ਕੰਟਰੋਲ ਕਰਨਾ ਚਾਹੁੰਦੀ ਉਹ ਆਪ ਕੰਟਰੋਲ ਨਹੀਂ ਕਰ ਰਹੀ, ਇਹ ਚੀਜ਼ ਗਲਤ ਆ ਜੀ। ਸਾਡਾ ਜਿਹੜਾ ਇਹ ਕੰਸਰਨ ਆ ਦੋ ਚੀਜ਼ਾਂ ਦਾ ਕਿ ਇੱਕ ਤਾਂ ਇਹਨੂੰ ਕੰਟਰੋਲ ਕਰਨ ਦਾ ਤਰੀਕਾ ਗਲਤ ਆ, ਔਰ ਦੂਜਾ ਜਿਹੜੀ ਚੀਜ਼ ਸਰਕਾਰ ਆਪ ਕਰ ਰਹੀ ਆ ਉਹ ਲੋਕਾਂ ਤੋਂ ਐਕਸਪੈਕਟ ਕਰ ਰਹੀ ਹੈ ਕਿ ਉਹ ਲੋਕ ਉਸ ਤੋਂ ਉਲਟ ਚੀਜ਼ਾਂ ਕਰਨ ਜੀ। ਪਹਿਲੀ ਗੱਲ ਇਹ ਹੈ ਕਿ ਜੇ ਆਪਾਂ ਇਹ ਗੱਲ ਨੂੰ ਮੰਨਦੇ ਹਾਂ ਕਿ ਆਪਾਂ ਇਨਫਲੇਸ਼ਨ ਨੂੰ ਕੰਟਰੋਲ ਕਰਨਾ, ਇੰਟਰਸਟ ਰੇਟ ਨੂੰ ਵਧਾਉਣਾ, ਬਿਲਕੁਲ ਇਸ ਚੀਜ਼ ਨਾਲ ਅਸੀਂ ਐਗਰੀ ਕਰਦੇ ਆ, ਬਟ ਉਹਨੂੰ ਇੱਕ ਜਿਵੇਂ ਕਹਿ ਲਓ ਕਿ ਇੱਕਦਮ ਨਹੀਂ ਵੀ ਇੰਨੀ ਤੇਜ਼ੀ ਨਾਲ ਇੱਕਦਮ ਇੰਨਾ ਵਧਾਉਣ ਦੀ ਲੋੜ ਸੀ, ਉਹਨੂੰ ਸਟੈਪਸ 'ਚ ਵਧਾਇਆ ਜਾਂਦਾ ਤਾਂ ਕਿ ਲੋਕੀ ਥੋੜਾ ਬਹੁਤ ਆਪਣੀਆਂ ਚੀਜ਼ਾਂ ਨੂੰ ਐਡਜਸਟ ਕਰ ਪਾਉਂਦੇ। ਮਤਲਬ ਬਹੁਤ ਇਹੋ ਜਿਹੇ ਲੋਕ ਨੇ ਤਰਨ ਜੀ ਜਿਹੜੇ ਇਸ ਟਾਈਮ, ਮਤਲਬ ਮੈਂ ਕਹਿਣਾ ਨਹੀਂ ਚਾਹੁੰਦਾ, ਮੈਂ ਕੋਈ ਨੈਗੇਟਿਵ ਨਹੀਂ ਗੱਲ ਕਰਨੀ ਚਾਹੁੰਦਾਗਾ, ਉਹ ਜਿਵੇਂ ਕਹ ਲਓ ਬੜੀਆਂ ਡਿਫਿਕਲਟ ਸਿਚੁਏਸ਼ਨ ਚੋਂ ਗੋ ਥਰੂ ਹੋ ਰਹੇ ਨੇ ਕਿਉਂਕਿ ਉਹ ਇੰਨੀ ਤੇਜ਼ੀ ਨਾਲ ਚੇਂਜ ਆਈ ਹੈ, ਉਹ ਚੀਜ਼ ਨੂੰ ਸਮਝ ਹੀ ਨਹੀਂ ਪਾ ਰਹੇ ਕਿ ਉਹ ਹੋਇਆ ਕੀ। ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਗਲਤੀਆਂ ਨਹੀਂ ਕੀਤੀਆਂ, ਉਹਨਾਂ ਨੇ ਵੀ ਕਈ ਗਲਤੀਆਂ ਕੀਤੀਆਂ ਨੇ, ਇੱਕ ਤੋਂ ਜ਼ਿਆਦਾ ਪ੍ਰਾਪਰਟੀਜ਼ ਵਗੈਰਾ ਲੈ ਕੇ, ਬਟ ਉਹਨਾਂ ਨੂੰ ਆਪਾਂ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾਗਾ। ਔਰ ਦੂਜੀ ਚੀਜ਼ ਇਹ ਆ ਕਿ ਆਪਾਂ ਜਿਹੜਾ ਇਨਫਲੇਸ਼ਨ ਬਾਰੇ ਗੱਲ ਕਰ ਰਹੇ ਹਾਂ, ਸਰਕਾਰ ਨੂੰ ਆਪਦੀ ਵੀ ਸਪੈਂਡਿੰਗ ਨੂੰ ਕੰਟਰੋਲ ਕਰਨਾ ਚਾਹੀਦਾ। ਜਿੱਦਾਂ ਆਪਣੇ ਜਿਹੜੇ ਲਿਸਨਰ ਸੀਗੇ, ਵਿਊਅਰ ਸੀ, ਉਹਨਾਂ ਨੇ ਗੱਲ ਕੀਤੀ ਹੈ, ਡੈਫੀਨਿਟਲੀ ਜੇ ਸਰਕਾਰ ਆਊਟ ਆਫ ਵੇ ਸਪੈਂਡਿੰਗ ਕਰੂਗੀ ਉਹ ਐਂਡ ਆਫ ਦਾ ਡੇ ਟੈਕਸ ਪੇਅਰ ਨਹੀਂ ਪੇ ਕਰਨੀ ਹੈ ਜੀ। ਹੁਣ ਇੱਕ ਚੀਜ਼ ਤੁਸੀਂ ਇੱਕ ਹੋਰ ਦੇਖੋ, ਤੇ ਮੈਂ ਛੋਟੀ ਜੀ ਗੱਲ ਕਹਿਣੀ ਚਾਹੁੰਦਾ, ਹਾਲਾਂਕਿ ਮੈਂ ਬਹੁਤੀਆਂ ਕਦੇ ਨਿਊਜ਼ ਵਗੈਰਾ ਸੁਣਦਾ ਨਹੀਂਗਾ, ਕਈ ਵਾਰ ਢਿੱਲੋਂ ਸਾਹਿਬ ਨਾਲ ਡਿਸਕਸ਼ਨ ਹੁੰਦਾ ਜਾਂ ਮਤਲਬ ਹੋਰ ਗੱਲ ਹੁੰਦੀ ਆ, ਜਦੋਂ ਕੋਈ ਵੀ ਇਮੀਗ੍ਰੈਂਟ ਇੱਥੇ ਆਉਂਦਾ ਜੀ, ਅਸੀਂ ਵੀ ਆਏ ਆ, ਸਰਕਾਰ ਦੇ ਕੁਝ ਪ੍ਰੋਗਰਾਮਸ ਨੇ ਕਿ ਉਹਨਾਂ ਨੂੰ ਸੈਟਲਮੈਂਟ ਦੇ ਵਿੱਚ ਹੈਲਪ ਕੀਤੀ ਜਾਵੇ, ਬਟ ਉਹ ਪ੍ਰੋਗਰਾਮ ਨੇ ਜਿਹੜੇ ਇਸ ਟਾਈਮ ਪ੍ਰੋਗਰਾਮ ਚੱਲ ਰਹੇ ਨੇ ਉਹ ਸਾਨੂੰ ਲੱਗ ਨਹੀਂ ਰਿਹਾ ਕਿ ਉਹ ਸਹੀ ਪ੍ਰੋਗਰਾਮ ਨੇ ਜਿਹੜੇ ਇਸ ਟਾਈਮ ਜਿਹੜੇ ਚੱਲ ਰਹੇ ਨੇ ਜੀ। ਉਹ ਜਿਹੜੀਆਂ ਚੀਜ਼ਾਂ ਨੇ ਉਹ ਸਰਕਾਰ ਨੂੰ ਉਹ ਚੀਜ਼ਾਂ ਵੀ ਦੇਖਣੀਆਂ ਚਾਹੀਦੀਆਂ ਨੇ, ਨਾ ਕਿ ਸਿਰਫ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਢਿੱਲੋਂ ਸਾਹਿਬ ਕੋਲ ਇੱਕ ਮਕਾਨ ਆ, ਹੁਣ ਇਹਨਾਂ ਦਾ ਗਲਾ ਕਿਵੇਂ ਘੁੱਟੀਏ ਵੀ ਇਹ ਮਕਾਨ ਆਪਦਾ ਛੱਡ ਕੇ ਬਾਹਰ ਰੈਂਟ ਤੇ ਹੋਣ, ਉਹ ਚੀਜ਼ ਗਲਤ ਹੈ ਜੀ। ਸਰ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਗੱਲ ਉਹੀ ਨੀਅਤ ਤੇ ਹੀ ਆ ਜਾਂਦੀ ਹੈ ਕਿ ਪਹਿਲਾਂ ਤਾਂ ਜਿਵੇਂ ਪ੍ਰਵੀਨ ਜੀ ਨੇ ਕਿਹਾ ਕਿ ਵਾਗਾਂ ਜਿਹੜੀਆਂ ਸੀਗੀਆਂ ਅਸੀਂ ਖੁੱਲੀਆਂ ਛੱਡ ਦਿੱਤੀਆਂ, ਮਤਲਬ ਫ੍ਰੀ ਫॉर ਆਲ ਕਰ ਦਿੱਤਾ ਹੈ ਨਾ। ਹੁਣ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ 10-15 ਸਾਲ ਦੀ ਗਲਤੀਆਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ 1 ਸਾਲ ਦੇ ਵਿੱਚ ਜਾਂ 15 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਸੋਲਵ ਕਰ ਲਈਏ। ਉਹਦਾ ਅਸਰ ਕੀ ਹੈ ਕਿ ਅਸੀਂ ਜਿਵੇਂ ਆਮ ਪਬਲਿਕ ਦਾ ਗਲਾ ਘੁੱਟ ਰਹੇ ਆ, ਉਹਨਾਂ ਨੂੰ ਮਤਲਬ ਸੰਭਲਣ ਦਾ ਮੌਕਾ ਹੀ ਨਹੀਂ ਮਿਲ ਰਿਹਾ। ਜਿਵੇਂ ਪ੍ਰਵੀਨ ਜੀ ਨੇ ਕਿਹਾ ਕਿ ਉਹ ਸਮਝ ਹੀ ਨਹੀਂ ਪਾ ਰਹੇ ਕਿ ਹੋ ਕੀ ਰਿਹਾ ਸਾਡੇ ਨਾਲ, ਅਸੀਂ ਕਦੇ ਇਹ ਸੋਚਿਆ ਨਹੀਂ ਸੀ ਕਿ ਇਦਾਂ ਵੀ ਹੋ ਜਾਊਗਾ। ਸੋ ਡੈਫੀਨਿਟਲੀ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਇੱਕ ਜਿਹੜਾ ਉਹ ਸਾਡਾ ਫਰਜ਼ ਹੈਗਾ, ਗਵਰਨਮੈਂਟ ਦੀ ਡਿਊਟੀ ਹੈਗੀ ਆ, ਲੇਕਿਨ ਉਹ ਕਿਸ ਕਾਸਟ ਤੇ ਕੀਤਾ ਜਾ ਰਿਹਾ ਉਹਨੂੰ ਵੀ ਜਿਹੜਾ ਐਨਾਲਾਈਜ਼ ਕਰਨਾ ਪਏਗਾ ਕਿ ਕੀ ਅਸੀਂ ਆਪਣੀ ਪਬਲਿਕ ਦਾ ਇੰਨਾ ਜ਼ਿਆਦਾ ਬੁਰਾ ਹਾਲ ਕਰ ਰਹੇ ਹਾਂ ਕਿ ਉਹ ਸਾਹ ਵੀ ਨਾ ਲੈ ਸਕਣ। ਕਿਤੇ ਮਤਲਬ ਸਵੈ ਪੜਚੋਲ ਕਰਨ ਦੀ ਲੋੜ ਹੈ ਗਵਰਨਮੈਂਟ ਨੂੰ ਆਪਣੀਆਂ ਪਾਲਿਸੀਜ਼ ਦੀ ਕਿ ਇਹਨੂੰ ਕਿਵੇਂ ਸਹੀ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਸੀਗਾ। ਜੀ ਬਿਲਕੁਲ। ਬਹੁਤ ਦੇਰ ਜਿਹੜੀ ਹੈ ਜਿਵੇਂ ਕਹਿ ਲਓ ਕਿ ਜਿਹੜਾ ਰਿਲੀਫ ਕਹਿੰਦੇ ਵੀ ਟੂ ਲੇਟ ਟੂ ਲਿਟਲ। ਬਿਲਕੁਲ ਸਰ, ਅੱਜ ਹੀ ਇੱਕ ਰਿਪੋਰਟ ਆਈ ਹੈ, ਕਹਿੰਦੇ ਕਿ ਬ੍ਰੈਂਪਟਨ ਕੈਨੇਡਾ ਦੇ ਟੌਪ 5 ਸਿਟੀਜ਼ ਦੇ ਵਿੱਚ ਆ ਗਿਆ ਰੈਂਟ ਦੇ ਮਾਮਲੇ ਵਿੱਚ, ਸਭ ਤੋਂ ਮਹਿੰਗੇ ਸ਼ਹਿਰਾਂ ਦੇ ਵਿੱਚੋਂ। ਵੈਸੇ ਚਲੋ ਜੇਕਰ ਕੋਈ ਪ੍ਰਾਪਰਟੀ ਖਰੀਦਣਾ ਚਾਹੁੰਦਾ ਇਸ ਰੈਂਟ ਤੋਂ ਕਮ ਸੇ ਕਮ ਆਪਣੀ ਪ੍ਰਾਪਰਟੀ ਦੀ ਉਹੀ ਮਾਰਗੇਜ ਕੱਢਣਾ ਚਾਹੁੰਦਾ ਹੈ, ਕੁਝ ਲਿਸਟਿੰਗਸ ਤੁਸੀਂ ਅਕਸਰ ਸਾਨੂੰ ਪ੍ਰੋਵਾਈਡ ਕਰਵਾਉਂਦੇ ਹੋ, ਸਾਡੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਂਦੇ ਹੋ, ਸੋ ਥੋੜੀਆਂ ਜਿਹੀਆਂ ਲਿਸਟਿੰਗ ਜ਼ਰੂਰ ਸਾਂਝੀਆਂ ਕਰੋ ਸਾਡੇ ਨਾਲ। ਲਿਸਟਿੰਗਸ ਬਾਰੇ ਵੀ ਆਪਾਂ ਤਰਨ ਜੀ ਵੇਰਵਾ ਦਿੰਨੇ ਆ ਜੀ। ਸਭ ਤੋਂ ਪਹਿਲਾਂ ਤਾਂ ਤਰਨ ਜੀ ਆਪਾਂ ਇੱਕ ਬ੍ਰੈਂਟਫੋਰਡ ਦੇ ਵਿੱਚ ਘਰ ਆ ਜੀ, ਇਹ 55 ਲੌਂਗ ਬੋਟ ਜੀ। ਇਹ ਜਿਹੜੀ ਪ੍ਰਾਪਰਟੀ ਆ ਤਰਨ ਜੀ, ਇਹ ਆਪਾਂ ਲਾਈ
ਹੈਗੀ ਆ ਸਿਰਫ ਔਰ ਸਿਰਫ 799,000 ਜੀ। ਇਹ ਡਿਟੈਚ ਘਰ ਆ ਜੀ। ਇਸ ਘਰ ਦੀ ਖਾਸੀਅਤ ਇਹ ਹੈ ਕਿ ਜਿੱਦਾਂ ਆਪਾਂ ਹੁਣ ਗੱਲ ਕਰੀਏ ਕਿ ਬਰੈਂਪਟਨ ਦੇ ਵਿੱਚ ਆਪਾਂ ਨੂੰ ਇਸ ਰੇਟ ਦੇ ਉੱਤੇ ਟਾਊਨ ਹਾਊਸ ਵੀ ਨਹੀਂ ਮਿਲਦਾ ਜੀ। ਔਰ ਕਾਫੀ ਲੋਕ ਨੇ ਜਿਹੜੇ ਆਪਣੇ ਮਤਲਬ ਜਿਵੇਂ ਕਹ ਲਓ ਟਰੱਕਿੰਗ ਵਗੈਰਾ ਦੇ ਬਿਜ਼ਨਸ 'ਚ ਨੇ, ਉਹਨਾਂ ਨੂੰ ਲੋਕੇਸ਼ਨ ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ, ਉਹ ਦੂਸਰੀ ਲੋਕੇਸ਼ਨ ਤੇ ਵੀ ਜਾ ਸਕਦੇ ਆ। ਹੁਣ ਬਰੈਂਪਟਨ ਦੇ ਵਿੱਚ ਤੁਸੀਂ 4 ਜਾਂ 5,000 ਤੋਂ ਥੱਲੇ ਤੁਹਾਨੂੰ ਘਰ ਨਹੀਂ ਮਿਲਦਾ ਜੀ ਰੈਂਟ ਤੇ। ਜੇ ਤੁਸੀਂ ਇੱਕ ਡਿਟੈਚ ਘਰ ਲੈਣਾ ਤਾਂ 4,000 ਤੋਂ ਉੱਪਰ ਆ ਜੀ ਅੱਜ ਦੀ ਰੇਟ 'ਚ। ਤੇ ਜੇ ਤੁਸੀਂ ਇਦਾਂ ਦਾ ਪ੍ਰਾਪਰਟੀ ਬਾਹਰ ਬਾਏ ਕਰਦੇ ਹੋ ਤਾਂ ਇੰਨੇ ਦੇ ਨਾਲ ਤੁਸੀਂ ਜਿਹੜੀ ਆਪਣੀ ਮੌਰਗੇਜ ਦੇ ਨਾਲ ਘਰ ਆਪਣਾ ਈਜ਼ੀਲੀ ਲੈ ਸਕਦੇ ਹੋ। ਸੋ ਇਹ ਜਿਹੜੀ ਆਪਸ਼ਨ ਹੈ ਇਹ ਕਾਫੀ ਵਧੀਆ ਵਾ ਉਹਨਾਂ ਲੋਕਾਂ ਵਾਸਤੇ ਜਿਹੜੇ ਆਊਟ ਆਫ ਬਰੈਂਪਟਨ ਮੂਵ ਕਰਨਾ ਚਾਹੁੰਦੇ ਆ। ਔਰ ਪ੍ਰਾਈਸ ਪੁਆਇੰਟ ਆ ਜਿਹੜਾ ਜਿੱਦਾਂ ਕਿ ਆਪਾਂ ਗੱਲ ਕੀਤੀ ਹੈ ਕਿ ਸਿਰਫ ਤੇ ਸਿਰਫ ਆਪਾਂ 799 ਦਾ ਲਾਇਆ। ਜੇ ਪ੍ਰਾਪਰਟੀ ਵੀ ਦੇਖਣਾ ਚਾਹੁੰਦੇ ਆ ਤਾਂ ਇਹਦੇ ਬਾਰੇ ਆਪਣੇ ਨਾਲ ਦਰਸ਼ਕ ਕੰਟੈਕਟ ਕਰ ਸਕਦੇ ਆ। ਇੱਕ ਜਿਹੜੀ ਦੂਸਰੀ ਪ੍ਰਾਪਰਟੀ ਹੈ ਜੀ ਉਹ ਹੈਗੀ ਆ ਸੇਂਟ ਕੈਥਰੀਨ ਦੇ ਵਿੱਚ ਜੀ। ਇਹ ਹੈਗੀ ਹੈ ਜੀ 71 ਬ੍ਰੈਡਲੀ। ਇਹ ਜਿਹੜੀ ਪ੍ਰਾਪਰਟੀ ਹੈ ਇਹ ਬ੍ਰੈਂਡ ਨਿਊ ਘਰ ਆ, ਬਿਲਡਰ ਨੇ ਬਣਾਇਆ ਹੋਇਆ ਜੀ, ਕਸਟਮ ਬਿਲਟ ਘਰ ਆ ਇਹ। ਔਰ ਇਹ ਵੀ ਜਿਹੜੀ ਨਿਆਗਰਾ ਰੀਜਨ ਦੇ ਵਿੱਚ ਆਪਣੇ ਜਿਵੇਂ ਕਾਫੀ ਲੋਕ ਨੇ ਜਿਵੇਂ ਸੈਮੀ ਰਿਟਾਇਰ ਜਾਂ ਰਿਟਾਇਰਡ ਜਿਹੜੇ ਕੋਈ ਲੋਕੀ ਘਰੋਂ ਵੀ ਕੰਮ ਕਰਦੇ ਆ, ਉਹਨਾਂ ਦੇ ਲਈ ਇਹ ਕਾਫੀ ਵਧੀਆ ਆਪਸ਼ਨ ਹੈ ਜੀ ਇਹ ਨਿਆਗਰਾ ਰੀਜਨ ਦੇ ਵਿੱਚ। ਔਰ ਇਹ ਜਿਹੜੀ ਪ੍ਰਾਪਰਟੀ ਹੈ ਇਹਦੇ ਤੇ ਵੀ ਆਪਾਂ ਇਸ ਵੀਕਐਂਡ ਦੇ ਉੱਤੇ ਤਰਨ ਜੀ ਦੋਨੋਂ ਦਿਨ ਓਪਨ ਹਾਊਸ ਲਾ ਰਹੇ ਆ ਅਗਰ ਕੋਈ ਵੀ ਆਪਣੇ ਦਰਸ਼ਕ ਉੱਥੇ ਇਹ ਪ੍ਰਾਪਰਟੀ ਦੇਖਣੀ ਚਾਹੁੰਦੇ ਨੇ। ਹੁਣ ਇੱਕ ਤੀਸਰੀ ਜਿਹੜੀ ਪ੍ਰਾਪਰਟੀ ਹੈ ਜੀ ਇਹ ਹੈਗੀ ਆ 12 ਹੰਬੋਲਟ। 12 ਹੰਬੋਲਟ ਹਾਂਜੀ, ਇਹ 12 ਹੰਬੋਲਟ ਜੀ। ਇਹ ਜਿਹੜੀ ਪ੍ਰਾਪਰਟੀ ਆ ਇਹ ਡਿਟੈਚ ਘਰ ਆ ਜੀ। ਇਹ 3300 ਸਕੁਅਰ ਫੀਟ ਦਾ ਡਿਟੈਚ ਘਰ ਆ ਜੀ। ਇਹ ਜਿਹੜੇ ਸੈਲਰ ਨੇ ਮਤਲਬ ਇਹ ਸੈਲਰ ਕਾਫੀ ਮੋਟੀਵੇਟਡ ਨੇ ਜੀ ਇਸ ਘਰ ਨੂੰ ਵੇਚਣ ਵਾਸਤੇ। ਔਰ ਇਹ ਜਿਹੜਾ ਘਰ ਆ ਇਹਦੀ ਬੇਸਮੈਂਟ ਬਣੀ ਹੋਈ ਆ ਤਾਂ ਕਿ ਜੇ ਕੋਈ ਰੈਂਟ ਤੇ ਵੀ ਦੇਣੀ ਚਾਹਵੇ ਤਾਂ ਰੈਂਟ ਵਾਸਤੇ ਵੀ ਜਿਵੇਂ ਕਹੋਗੇ ਕਾਫੀ ਹੈਲਪ ਮਿਲ ਜਾਂਦੀ ਆ। ਔਰ ਦੂਜੀ ਗੱਲ ਹੈ ਕਿ ਕਿਉਂਕਿ ਵੱਡਾ ਸਾਈਜ਼ ਦਾ ਘਰ ਆ ਜਿਵੇਂ ਕਾਫੀ ਐਕਸਟੈਂਡਡ ਫੈਮਿਲੀਜ਼ ਦੇ ਵਾਸਤੇ ਇਹ ਕਾਫੀ ਵਧੀਆ ਪ੍ਰਾਪਰਟੀ ਹੈ ਜੀ ਇਹ। ਔਰ ਇਹ ਪ੍ਰਾਪਰਟੀ ਦਾ ਜਿਹੜਾ ਪ੍ਰਾਈਸ ਆ ਬਹੁਤ ਹੀ ਅਟਰੈਕਟਿਵ ਪ੍ਰਾਈਸ ਤੇ ਲਾਇਆ। ਜੇ ਇਸ ਨੇਬਰਹੁੱਡ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਜੀ ਇਸ ਨੇਬਰਹੁੱਡ ਦੇ ਵਿੱਚ ਇਸ ਸਾਈਜ਼ ਦਾ ਇਹ ਲੋਐਸਟ ਪ੍ਰਾਈਸ ਦੇ ਉੱਤੇ ਘਰ ਹੋਏਗਾ ਜੀ ਇਹ। ਸੋ ਜੇ ਆਪਣੇ ਦਰਸ਼ਕ ਚਾਹੁੰਦੇ ਨੇ ਇਹਦੇ ਤੇ ਵੀ ਆਪਾਂ ਇਸ ਵੀਕਐਂਡ ਦੇ ਉੱਤੇ ਦੋਨੋਂ ਦਿਨ ਓਪਨ ਹਾਊਸ ਲਾ ਰਹੇ ਹਾਂ ਜੀ ਇਸ ਪ੍ਰਾਪਰਟੀ ਦੇ ਉੱਤੇ ਜੀ। ਇਹ ਜਿਹੜੀਆਂ ਅੱਜ ਪ੍ਰਾਪਰਟੀਆਂ ਜਿਹੜੀਆਂ ਲਿਸਟਿੰਗਾਂ ਬਾਰੇ ਮੈਂ ਗੱਲ ਕਰ ਰਿਹਾ ਸਾਰੀਆਂ ਬੜੀਆਂ ਅਟਰੈਕਟਿਵ ਲਿਸਟਿੰਗਸ ਨੇ ਜੀ। ਔਰ ਇੱਕ ਚੀਜ਼ ਇਹ ਆ ਕਿ ਆਪਾਂ ਇਹ ਗੱਲ ਤਾਂ ਮੰਨਦੇ ਹਾਂ ਕਿ ਮਾਰਕੀਟ ਦੇ ਵਿੱਚ ਇਸ ਟਾਈਮ ਕਾਫੀ ਚੈਲੰਜ ਨੇ, ਬਟ ਮਾਰਕੀਟ ਦੇ ਵਿੱਚ ਬਾਇੰਗ ਵਾਸਤੇ ਵੀ ਇਹੀ ਤਰ੍ਹਾਂ ਜੀ ਵਧੀਆ ਟਾਈਮ ਆ ਕਿਉਂਕਿ ਇਸ ਟਾਈਮ ਤੇ ਮਤਲਬ ਤੁਹਾਨੂੰ ਬੈਸਟ ਪ੍ਰਾਈਸ ਮਿਲ ਰਿਹਾ ਜੀ ਇਹਨਾਂ ਲਿਸਟਿੰਗਸ ਦਾ। ਜਿਹੜੀ ਅਗਲੀ ਪ੍ਰਾਪਰਟੀ ਆ ਜੀ ਉਹ ਹੈਗੀ ਆਪਣੀ 56 ਹੈਂਡਰਿਕਸ ਜੀ। ਇਹ ਜਿਹੜਾ ਘਰ ਆ ਇਹ ਘਰ ਬਰੈਂਪਟਨ ਦੇ ਵਿੱਚ ਇੱਕ ਇਹੋ ਜਿਹੀ ਥਾਂ ਤੇ ਹੈ ਜਿੱਥੇ ਕਿ ਜਿਹੜੀ ਬਹੁਤ ਹੀ ਕਨਵੀਨੀਅੰਟ ਲੋਕੇਸ਼ਨ ਆ, ਬਟ ਇਹ ਘਰ ਨਵਾਂ ਵਾ ਜੀ। ਇਹ ਜਿਹੜੀ ਪ੍ਰਾਪਰਟੀ ਆ ਉਸ ਏਰੀਆ ਦੇ ਵਿੱਚ ਇੱਕ ਛੋਟੀ ਜੀ ਸਬ ਡਿਵੀਜ਼ਨ ਬਣੀ ਸੀ। ਔਰ ਇਹ ਜਿਹੜੀ ਪ੍ਰਾਪਰਟੀ ਆ ਇਹਦੀ ਦੋ ਖਾਸੀਅਤ ਨੇ। ਇੱਕ ਤਾਂ ਇਹਦੀ 3 ਬੈਡਰੂਮ ਦੀ ਲੀਗਲ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ ਜੀ। ਇਹ ਜਿਹੜੀ ਪ੍ਰਾਪਰਟੀ ਆ ਥੱਲੋਂ ਬੇਸਮੈਂਟ ਤੋਂ ਹੀ ਜੀ ਤਕਰੀਬਨ $3700 ਰੈਂਟ ਜਨਰੇਟ ਕਰਦੀ ਹੈ ਜੀ। ਕੀ ਬਾਤ ਹੈ। ਹਾਂਜੀ, ਮਤਲਬ ਵਿਚ ਇਜ਼ ਅ ਬਿਗ ਅਮਾਉਂਟ। ਔਰ ਇਹ ਵੀ ਜਿਹੜੇ ਸੈਲਰ ਨੇ ਬਹੁਤ ਮੋਟੀਵੇਟਡ ਨੇ। ਉੱਪਰ ਜਿਹੜੇ ਵਾਸ਼ਰੂਮ ਆ ਜਿੰਨੇ ਵੀ ਬੈਡਰੂਮ ਨੇ ਹਰ ਬੈਡਰੂਮ ਦੇ ਨਾਲ ਵਾਸ਼ਰੂਮ ਆ ਜੀ। ਔਰ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਨਵਾਂ ਘਰ ਆ ਕਾਫੀ ਮੋਟੀਵੇਟਡ ਨੇ ਸੈਲਰ। ਇਹਦੇ ਤੇ ਵੀ ਆਪਾਂ ਦੋਨੋਂ ਦਿਨ ਓਪਨ ਹਾਊਸ ਲਾ ਰਹੇ ਹਾਂ ਜੀ ਇਸ ਪ੍ਰਾਪਰਟੀ ਤੇ। ਮਤਲਬ ਮੈਨੂੰ ਇਹ ਲੱਗ ਰਿਹਾ ਜੀ ਜਿਹੜੀਆਂ ਦੋਨੋਂ ਪ੍ਰਾਪਰਟੀ ਹੰਬੋਲਟ ਤੇ ਮੈਂ ਹੈਂਡਰਿਕਸ ਦੀ ਗੱਲ ਕਰ ਰਿਹਾ ਜੀ ਇਹ ਬੈਸਟ ਬਾਏ ਹੋਣਗੀਆਂ ਅੱਜ ਦੀ ਡੇਟ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਜੀ। ਨਾਲ ਦੇ ਨਾਲ ਰੈਂਟਲ ਆਪਸ਼ਨ ਵੀ ਵਧੀਆ ਇੱਥੇ ਮਿਲ ਰਿਹਾ ਵਾ ਤੁਹਾਨੂੰ। ਦੋਨਾਂ ਦੇ ਵਿੱਚ ਹੈਗੀ ਹੈ ਜੀ ਰੈਂਟਲ ਆਪਸ਼ਨ। $3700 ਤੇ ਇਹਦੇ ਤੋਂ ਆਲਰੇਡੀ ਰੈਂਟ ਆ ਰਿਹਾ ਜੀ। ਹੁਣ ਤੁਸੀਂ ਇੱਕ ਚੀਜ਼ ਇਮੇਜਿਨ ਕਰੋ $3700 ਕਿਸੇ ਟਾਈਮ ਤੇ ਆਪਾਂ ਘਰ ਰੈਂਟ ਕਰਦੇ ਹੁੰਦੇ ਸੀ। ਅੱਜ ਬੇਸਮੈਂਟ ਤੋਂ ਉੱਤੋਂ ਆਪਾਂ ਨੂੰ ਰੈਂਟ ਆ ਰਿਹਾ। ਇਹ ਆਪਣੇ ਵੀ ਪਤਾ ਲੱਗ ਰਿਹਾ ਜੀ ਕਿ ਰੈਂਟਲ ਮਾਰਕੀਟ ਦਾ ਕੀ ਹਾਲ ਆ ਜੀ ਬਰੈਂਪਟਨ ਦੇ ਵਿੱਚ ਜੀ। ਇੱਕ ਜਿਹੜੀ ਅਗਲੀ ਪ੍ਰਾਪਰਟੀ ਹੈ ਢਿੱਲੋਂ ਸਾਹਿਬ ਇਹਦੇ ਬਾਰੇ ਜਾਣਕਾਰੀ ਦਿੰਦੇ ਆ ਲਿੰਕਸ ਲੇਨ ਬਾਰੇ। ਇਹ ਟ੍ਰਿਪਲ ਕਾਰ ਗਰਾਜ ਦਾ ਘਰ ਆ ਜੀ। ਬਹੁਤ ਘੱਟ ਜਿਹੜੇ ਨੇ ਘਰ ਟ੍ਰਿਪਲ ਕਾਰ ਗਰਾਜ ਦੇ ਅਵੇਲੇਬਲ ਨੇ ਮਾਰਕੀਟ ਦੇ ਵਿੱਚ। ਇਹ 63 ਲਿੰਕਸ ਲੇਨ ਜਿਹੜਾ ਇਹ ਇੱਕ ਬੜੀ ਐਕਸਕਲੂਸਿਵ ਜੀ ਸਬ ਡਿਵੀਜ਼ਨ ਮਿਸਿਸਾਗਾ ਰੋਡ ਔਰ ਕੁਈਨ ਜਿਹੜੀ ਸਟਰੀਟ ਆ ਉਸ ਏਰੀਆ ਦੇ ਵਿੱਚ ਗੋਲਫ ਕੋਰਸ ਦੇ ਉੱਤੇ ਬਣੀ ਹੋਈ ਹੈ। ਇਸ ਘਰ ਦੀ ਖਾਸੀਅਤ ਜਿਵੇਂ ਮੈਂ ਦੱਸਿਆ ਵੀ ਟ੍ਰਿਪਲ ਕਾਰ ਗਰਾਜ ਤਾਂ ਹੈਗਾ ਹੀ ਹੈ। ਡਰਾਈਵੇ ਦੇ ਵਿੱਚ 10 ਤੋਂ 12 ਕਾਰਾਂ ਖੜ ਸਕਦੀਆਂ ਨੇ। ਜੇ ਤੁਹਾਡੀ ਵੱਡੀ ਫੈਮਿਲੀ ਹੈ 4 ਬੈਡਰੂਮ ਉੱਤੇ ਖੁੱਲੇ ਡੁੱਲੇ ਔਰ ਹਰ ਇੱਕ ਬੈਡਰੂਮ ਦੇ ਨਾਲ ਵਾਸ਼ਰੂਮ ਅਟੈਚਡ ਹੈ। ਮੇਨ ਫਲੋਰ ਦੇ ਉੱਤੇ ਇੱਕ ਆਫਿਸ ਹੈ ਔਰ ਇੱਕ ਰੂਮ ਹੋਰ ਬਣਿਆ ਹੋਇਆ ਜਿਸ ਨੂੰ ਜੇ ਘਰ ਦੇ ਵਿੱਚ ਬਜ਼ੁਰਗ ਹੈਗੇ ਨੇ ਉਹਨਾਂ ਦਾ ਬੈਡਰੂਮ ਬਣਾਇਆ ਜਾ ਸਕਦਾ ਹੈ। ਔਰ ਜਿਹੜਾ ਮੇਨ ਫਲੋਰ ਦੇ ਉੱਤੇ ਪਾਊਡਰ ਰੂਮ ਹੈ ਉਹਦੇ ਵਿੱਚ ਇਨਫ ਜਗ੍ਹਾ ਹੈਗੀ ਹੈ ਕਿ ਉਹਨੂੰ ਕਨਵਰਟ ਕਰਕੇ ਫੁੱਲ ਵਾਸ਼ਰੂਮ ਬਣਾਇਆ ਜਾ ਸਕਦਾ ਹੈ। ਇਹਦੇ ਬੈਕਯਾਰਡ ਦੇ ਵਿੱਚ ਸਵਿਮਿੰਗ ਪੂਲ ਔਰ ਹੌਟ ਟਬ, ਬੇਸਮੈਂਟ ਦੇ ਵਿੱਚ ਵੀ ਹੌਟ ਟਬ
ਤਾਂ ਕਿ ਈਅਰ ਅਰਾਊਂਡ ਜੇ ਤੁਸੀਂ ਹੌਟ ਟਬ ਔਰ ਬੇਸਮੈਂਟ ਦੇ ਵਿੱਚ ਹੋਰ ਇਹਦੇ ਚ ਸੌਨਾ ਵੀ ਬਣਿਆ ਹੋਇਆ ਹੈ ਜੀ। ਸੋ ਇਹ ਲਗਜ਼ਰੀ ਪ੍ਰਾਪਰਟੀ ਹੈ ਔਰ ਬਹੁਤ ਵਧੀਆ ਕੀਮਤ ਤੇ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਇਸ ਏਰੀਏ ਦੇ ਵਿੱਚ 3.2 3.1 ਦੀ ਰੇਂਜ ਦੇ ਵਿੱਚ ਇਹ ਪ੍ਰਾਪਰਟੀਆਂ ਵਿਕੀਆਂ ਨੇ। ਇਹ ਪ੍ਰਾਪਰਟੀ ਜਿਹੜੀ ਹੈ ਇਸ ਵੇਲੇ ਤੁਸੀਂ ਹੈਰਾਨ ਹੋਵੋਗੇ 2.4 ਦੇ ਉੱਤੇ ਲੱਗੀ ਹੋਈ ਹੈ। 2.4 8 ਤੋਂ 9 ਲੱਖ ਡਾਲਰ ਪ੍ਰਾਈਸ ਦਾ ਫਰਕ ਹੈ ਜੀ ਸਿੱਧਾ 8 ਤੋਂ 9 ਲੱਖ ਜੀ which is very ਮਤਲਬ ਬਿਗ ਅਮਾਉਂਟ ਬਿਗ ਹੈ। ਐਡਜਸਟਮੈਂਟ। ਹਾਂਜੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਨੇਬਰਹੁੱਡ ਜਿਹੜਾ ਨਾ ਬੜਾ ਹੀ ਐਕਸਕਲੂਸਿਵ ਇੱਕ ਤਰ੍ਹਾਂ ਨਾਲ ਗੇਟਡ ਕਮਿਊਨਿਟੀ ਹੈਗੀ ਹੈ। ਸਿਰਫ ਇੱਕੋ ਹੀ ਐਂਟਰੈਂਸ ਹੈਗੀ ਹੈ। 80-90 ਘਰ ਉਸ ਸਬ ਡਿਵੀਜ਼ਨ ਦੇ ਵਿੱਚ ਨੇ ਔਰ ਬਹੁਤ ਹੀ ਸ਼ਾਂਤ ਇਲਾਕਾ ਜਿਹੜਾ ਆ ਔਰ ਖਾਸ ਕਰਕੇ ਵੱਡੀ ਫੈਮਲੀਆਂ ਦੇ ਵਾਸਤੇ ਛੋਟੇ ਬੱਚਿਆਂ ਵਾਸਤੇ ਜਿਹੜੇ ਸਵਿਮਿੰਗ ਪੂਲ ਲਾਈਕ ਕਰਦੇ ਨੇ ਉਹਨਾਂ ਟਾਈਪ ਦੀਆਂ ਫੈਮਲੀਆਂ ਦੇ ਵਾਸਤੇ ਬੈਸਟ ਜਿਹੜੀ ਆ ਪ੍ਰਾਪਰਟੀ ਹੈਗੀ ਹੈ ਜੀ। ਬਿਲਕੁਲ। ਸੋ ਮੇਰੇ ਦਰਸ਼ਕਾਂ ਨੇ ਅੱਜ ਕਾਫੀ ਲਿਸਟਿੰਗਸ ਦੇਖੀਆਂ ਨੇ ਜੀ। ਤਰਨ ਜੀ ਇੱਕ ਹੋਰ ਲਾਸਟ ਦੇ ਵਿੱਚ ਅਸੀਂ ਲਿਸਟਿੰਗ ਦੱਸਣੀ ਚਾਹਾਂਗੇ। ਇਹ 40 ਹੈਰੋਲਡ ਇਹ ਜੀ ਕਸਟਮ ਬਿਲਟ ਘਰ ਆ। ਇਹ ਵਾਲੀ ਜਿਹੜੀ ਪ੍ਰਾਪਰਟੀ ਹੈ ਜੀ ਇਹ ਕਸਟਮ ਬਿਲਟ ਘਰ ਆ। ਇਹ ਨਵਾਂ ਘਰ ਬਣਿਆ ਜੀ ਇਹ ਔਰ ਇਹ ਕਿਉਂਕਿ ਕਸਟਮ ਬਿਲਟ ਘਰ ਹੋਣ ਕਰਕੇ ਜਿਹੜੇ ਇਹਦੇ ਫੀਚਰਸ ਨੇ ਤਰਨ ਜੀ ਉਹ ਮਤਲਬ ਜਿਵੇਂ ਕਹ ਲਓ ਕਿ ਸਬ ਡਿਵੀਜ਼ਨ ਦੇ ਘਰਾਂ ਨਾਲੋਂ ਕਾਫੀ ਡਿਫਰੈਂਟ ਨੇ। ਔਰ ਵਧੀਆ ਗੱਲ ਇਹ ਹੈ ਕਿ ਉਹਨਾਂ ਨੇ ਵੀ ਇਹ ਦੇਖਿਆ ਕਿ ਮਾਰਕੀਟ ਦੇ ਵਿੱਚ ਅੱਜ ਦੀ ਜ਼ਰੂਰਤ ਆ, ਇਹਨਾਂ ਨੇ ਵੀ ਨਾਲ ਇਹਦੀ ਲੀਗਲ ਬੇਸਮੈਂਟ ਅਪਾਰਟਮੈਂਟ ਵੀ ਬਣਾਈ ਹੈ ਜੀ। ਸਾਰੀ ਲੀਗਲ ਨੇ ਨਾਲ। ਹਾਂਜੀ ਸੋ ਤਾਂ ਜੋ ਕਿ ਵੀ ਜੇ ਕੋਈ ਵੀ ਮਤਲਬ ਬਾਇਰ ਨੇ ਜੇ ਉਹ ਘਰ ਲੈਂਦੇ ਨੇ ਜੇ ਉਹਨਾਂ ਨੂੰ ਬੇਸਮੈਂਟ ਰੈਂਟ ਤੇ ਕਰਨੀ ਆ ਤਾਂ ਇਹਦੇ ਤੇ ਰੈਂਟ ਵਾਲੀ ਵੀ ਆਪਸ਼ਨ ਆ। ਸੋ ਇਹ ਜਿਹੜਾ ਕਸਟਮ ਬਿਲਟ ਘਰ ਆ ਇਹਦੇ ਤੇ ਵੀ ਆਪਾਂ ਜੀ ਇਸ ਵੀਕਐਂਡ ਤੇ ਜਿਹੜਾ ਆਪਣੇ ਓਪਨ ਹਾਊਸ ਲਾ ਰਹੇ ਆ। ਜੇ ਆਪਣੇ ਦਰਸ਼ਕ ਇਹਦੇ ਬਾਰੇ ਵੀ ਇੰਟਰਸਟਡ ਹੋਣ ਤਾਂ ਇਹ ਵੀ ਦੇਖ ਸਕਦੇ ਨੇ ਜੀ। ਜੀ ਬਿਲਕੁਲ। ਤੇ ਸਮਾਂ ਮੇਰਾ ਇਸ ਵਕਤ ਇਜਾਜ਼ਤ ਲੈਣ ਵੱਲ ਨੂੰ ਅੱਗੇ ਵਧ ਰਿਹਾ। ਸਮਾਂ ਆਪਣਾ ਕਾਫੀ ਉੱਪਰ ਚਲਾ ਗਿਆ। ਅੱਜ ਡਿਸਕਸ਼ਨ ਇੰਨੀ ਲੰਬੀ ਚਲੀ ਗਈ ਕਿਉਂਕਿ ਦਰਸ਼ਕ ਵੀ ਇਸ ਵਕਤ ਅੱਕੇ ਪਏ ਨੇ ਜੋ ਸਰਕਾਰ ਦੀਆਂ ਨੀਤੀਆਂ ਚੱਲਦੀਆਂ ਪਈਆਂ ਨੇ ਤੇ ਆਪਾਂ ਵੀ ਉਸ ਚੀਜ਼ ਦੇ ਬਾਰੇ ਵਿੱਚ ਗੱਲਬਾਤ ਕਰ ਰਹੇ ਸੀ। ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ? ਜਾਣ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਇਹੀ ਗੱਲ ਕਹਿਣੀ ਚਾਹਾਂਗਾ ਜੀ ਕਿ ਜੇ ਮਤਲਬ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਿਸੇ ਵੀ ਕਾਰਨ ਕਰਕੇ ਮਤਲਬ ਡਿਫਿਕਲਟ ਸਿਚੁਏਸ਼ਨ 'ਚ ਹੈਗੇ ਹੋ ਪਹਿਲਾਂ ਤਾਂ ਕੋਸ਼ਿਸ਼ ਕਰੋ। ਠੀਕ ਹੈ ਔਖਾ ਟਾਈਮ ਆ ਜਿੱਦਾਂ ਵੀ ਆਪਣੇ ਖਰਚੇ ਖੁਰਚੇ ਨੂੰ ਮੈਨੇਜ ਕਰਕੇ ਆਪਣੀ ਪ੍ਰਾਪਰਟੀ ਨੂੰ ਸੇਵ ਕਰੋ। ਮਤਲਬ ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਕਿ ਜੇ ਤੁਸੀਂ ਸੇਵ ਕਰ ਸਕਦੇ ਹੋ ਆਪਣੀ ਪ੍ਰਾਪਰਟੀ ਨੂੰ ਸੇਵ ਕਰੋ, ਚਾਹੇ ਉਹ ਤੁਹਾਡਾ ਪ੍ਰਿੰਸੀਪਲ ਰੈਜ਼ੀਡੈਂਸ ਆ ਚਾਹੇ ਉਹ ਤੁਹਾਡੀ ਇਨਵੈਸਟਮੈਂਟ ਆ। ਆਈ ਨੋ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਇਨਵੈਸਟਮੈਂਟ 'ਚ ਤੁਹਾਨੂੰ $1000-1500 ਤੋਂ ਥੱਲੇ ਘੱਟੋ ਘੱਟ ਪੈਸੇ ਆਪਣੀ ਪਾਕਟ ਚੋਂ ਪਾਉਣੇ ਪੈ ਰਹੇ ਆ ਜੇ ਤੁਸੀਂ ਮੈਨੇਜ ਕਰ ਸਕਦੇ ਹੋ। ਜੇ ਤੁਸੀਂ ਨਹੀਂ ਮੈਨੇਜ ਕਰ ਸਕਦੇ ਤਾਂ ਇੱਕ ਵਾਰ ਸਾਡੇ ਨਾਲ ਗੱਲ ਜ਼ਰੂਰ ਕਰੋ। ਅਸੀਂ ਦੇਖਾਂਗੇ ਕਿ ਜੇ ਤੁਹਾਡੀ ਹੋਰ ਕਿਸੇ ਤਰੀਕੇ ਨਾਲ ਕੋਈ ਹੈਲਪ ਹੋ ਸਕਦੀ ਹੋਵੇ, ਜੇ ਤੁਸੀਂ ਆਪਣੀ ਪ੍ਰਾਪਰਟੀ ਨੂੰ ਸੇਵ ਕਰ ਸਕਦੇ ਹੋ। ਜੇ ਨਹੀਂ ਕੋਈ ਹੱਲ ਹੋਏਗਾ ਤਾਂ ਡੈਫੀਨਿਟਲੀ ਸੇਲ ਦੀ ਆਪਸ਼ਨ ਤਾਂ ਉੱਥੇ ਹੈਗੀ ਆ। ਔਰ ਪਲੱਸ ਜੇ ਤੁਸੀਂ ਕੋਈ ਪ੍ਰਾਪਰਟੀ ਬਾਏ ਕਰਨਾ ਚਾਹੁੰਦੇ ਹੋ ਤਾਂ ਉਹਦੇ ਬਾਰੇ ਵੀ ਮੈਂ ਅੱਜ ਦੀ ਡੇਟ 'ਚ ਇਹ ਗੱਲ ਕਹਿਣੀ ਚਾਹਾਂਗਾ ਕਿ ਅੱਜ ਮਾਰਕੀਟ ਦੇ ਵਿੱਚ ਪ੍ਰਾਈਸ ਕਾਫੀ ਐਡਜਸਟ ਹੋ ਕੇ ਤੁਹਾਨੂੰ ਜਿਹੜੀਆਂ ਪ੍ਰਾਪਰਟੀਜ਼ ਅਵੇਲੇਬਲ ਨੇ। ਔਰ ਇਹ ਜਿਹੜੀ ਸਾਈਕਲ ਹੈ ਇਹ ਵੀ ਉਹਨਾਂ ਟਾਈਮ ਹੀ ਹੈ ਜਿੰਨਾ ਚਿਰ ਇਹ ਮਾਰਕੀਟ ਦਾ ਡਿਫਿਕਲਟ ਟਾਈਮ ਆ। ਸੋ ਜੇ ਤੁਹਾਡੀ ਅਫੋਰਡੇਬਿਲਟੀ ਬਣਦੀ ਹੈ ਤਾਂ ਮੈਨੂੰ ਇਹ ਲੱਗਦਾ ਕਿ ਤਰਨ ਜੀ ਇਹ ਮਾਰਕੀਟ ਦੇ ਵਿੱਚ ਬੈਸਟ ਆਪਸ਼ਨ ਆ ਘਰ ਬਾਏ ਕਰਨ ਵਾਸਤੇ। ਖਾਸ ਕਰਕੇ ਜੇ ਤੁਸੀਂ ਅਪਸਾਈਜ਼ ਕਰਨਾ ਚਾਹੁੰਦੇ ਹੋ, ਛੋਟੀ ਪ੍ਰਾਪਰਟੀ ਵੇਚ ਕੇ ਵੱਡੀ ਪ੍ਰਾਪਰਟੀ ਦੇ ਵਿੱਚ ਜਾਣਾ ਚਾਹੁੰਦੇ ਹੋ ਤੇ ਉਹਦੇ ਲਈ ਇਹ ਪਰਫੈਕਟ ਟਾਈਮ ਹੈ। ਇਸ ਤੋਂ ਵਧੀਆ ਟਾਈਮ ਨਹੀਂ ਹੋ ਸਕਦਾ ਕਿਉਂਕਿ ਮਾਰਕੀਟ ਐਡਜਸਟਮੈਂਟ ਜਿਹੜੀ ਆ ਉਸ ਪਰਸੈਂਟੇਜ ਤੇ ਹੁੰਦੀ ਹੈ। ਜਿਹੜੀ ਤੁਹਾਡੀ ਛੋਟੀ ਪ੍ਰਾਪਰਟੀ ਹੈ ਉਹਦੀ ਕੀਮਤ ਘਟੀ ਹੈ, ਜਿਹੜੀਆਂ ਵੱਡੀਆਂ ਪ੍ਰਾਪਰਟੀਆਂ ਨੇ ਉਹਨਾਂ ਦੀ ਕੀਮਤ ਪਰਸੈਂਟੇਜ ਮੁਤਾਬਕ ਦੇਖੀਏ ਤਾਂ ਜ਼ਿਆਦਾ ਘਟੀ ਹੈ। ਸੋ ਤੁਹਾਡਾ ਜਿਹੜਾ ਗੈਪ ਹੈ ਇਸ ਵੇਲੇ ਉਹ ਲੋਵੈਸਟ ਲੈਵਲ ਤੇ ਹੈ। ਸੋ ਪਰਫੈਕਟ ਟਾਈਮ ਹੈਗਾ ਆ ਵੱਡੀ ਪ੍ਰਾਪਰਟੀ 'ਚ ਮੂਵ ਕਰਨ ਦਾ। ਡੈਫੀਨਿਟਲੀ ਮਾਰਕੀਟ ਦੇ ਵਿੱਚ ਚੈਲੰਜ ਜ਼ਰੂਰ ਨੇ ਲੇਕਿਨ ਹਰ ਇੱਕ ਚੈਲੰਜ ਦਾ ਸੋਲੂਸ਼ਨ ਵੀ ਨਾਲ ਹੀ ਹੈਗਾ ਆ। ਸਾਡੇ ਨਾਲ 4169108923 ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ ਜਾਂ ਸਾਡੇ ਆਫਿਸ 268 ਡੈਰੀ ਰੋਡ ਵੈਸਟ ਜਿਹੜਾ ਕਿ ਡੈਰੀ ਔਰ ਮੈਕਲੌਗਲਿਨ ਦੇ ਇੰਟਰਸੈਕਸ਼ਨ ਤੇ ਉੱਤੇ ਵਾਕਿਆ ਆ। ਕਿਸੇ ਵੇਲੇ ਵੀ 7 ਦਿਨ ਸਾਡਾ ਆਫਿਸ ਖੁੱਲਦਾ ਆ, ਉੱਥੇ ਵੀ ਆ ਕੇ ਸਾਡੇ ਨਾਲ ਸਲਾਹ ਮਸ਼ਵਰਾ ਕੀਤਾ ਜਾ ਸਕਦਾ ਆ। ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਇਸੇ ਸਾਡਾ ਪ੍ਰੋਗਰਾਮ ਓਪਨ ਹਾਊਸ ਵਿਦ ਟੀਮ ਅਰੋੜਾ ਦੇ ਨਾਲ। ਜੇਕਰ ਰੀਅਲ ਸਟੇਟ ਸੰਬੰਧੀ ਕੋਈ ਵੀ ਸਲਾਹ ਚਾਹੀਦੀ ਹੈ ਤਾਂ ਟੀਮ ਅਰੋੜਾ ਨੂੰ ਕੰਟੈਕਟ ਕਰ ਸਕਦੇ ਹੋ। ਡਿਟੇਲਸ ਨੀਚੇ ਆ ਰਹੀਆਂ ਨੇ। ਇਸੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।